ਅੱਜ-ਕੱਲ੍ਹ ਬਹੁਤ ਸਾਰੀਆਂ ਲੇਡੀਜ਼ ਦੇ ਪੀਰੀਅਡਸ ਇਰੈਗੂਲਰ ਹੋ ਰਹੇ ਨੇ। ਇਰੈਗੂਲਰ ਹੋਣ ਦਾ ਮੀਨਿੰਗ ਕੀ ਹੈ? ਇੱਕ ਵਾਰੀ ਜੇ ਪੀਰੀਅਡ ਮਿਸ ਹੋ ਗਏ ਤੇ ਕਹਿ ਦੇਣਾ ਕਿ ਪੀਰੀਅਡਸ ਨਹੀਂ ਆਏ ਤੂੰ ਵੀ ਟੈਨਸ਼ਨ ਲੈਣੀ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹਦਾ ਜਿਹੜੀ ਡਿਊਰੇਸ਼ਨ ਹੁੰਦੀ ਹੈ ਅਸੀਂ ਮੰਨਦੇ ਹਾਂ 28 ਕੁ ਦਿਨ, ਪਰ ਜ਼ਰੂਰੀ ਨਹੀਂ ਵੀ ਹਰ ਕਿਸੇ ਦਾ 28 ਦਿਨ ਹੀ ਹੋਵੇ। ਜੇ 21 ਦਿਨਾਂ ਤੋਂ ਪਹਿਲਾਂ ਹੀ ਪੀਰੀਅਡ ਆ ਜਾਂਦੇ ਜਾਂ 35 ਦਿਨਾਂ ਤੋਂ ਲੇਟ ਹੋ ਰਿਹਾ ਤਾਂ ਇਹਨੂੰ ਅਸੀਂ ਇਰੈਗੂਲਰ ਕਹਿੰਦੇ ਹੈਗੇ, ਅਨਿਯਮਿਤ ਹੈਗੇ ਆ। ਹਰ ਚੀਜ਼ ਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਸੋ ਪੀਰੀਅਡਸ ਅਬਨੋਰਮਲ ਹੋਣ ਦੇ ਪਿੱਛੇ ਕੀ ਕਾਰਨ ਹੋ ਸਕਦੇ? ਅਬਨੋਰਮਲ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਊਗਾ ਕਿ ਪੀਰੀਅਡਸ ਆਉਂਦੇ ਹੀ ਕਿਉਂ ਹੈਗੇ ਆ। ਜੇ ਪੀਰੀਅਡਸ ਕਿਸੇ ਫੀਮੇਲ ਦੇ ਨਾਰਮਲ ਆ ਰਹੇ ਹੈਗੇ ਆ ਤਾਂ ਇਹਦਾ ਮਤਲਬ ਪ੍ਰੈਗਨੈਂਸੀ ਹੋਣ ਦੇ ਚਾਂਸ ਉਹਦੇ ਓਕੇ ਆ। ਅਸਲ ਦੇ ਵਿੱਚ ਨਾ ਕੁਦਰਤ ਦਾ ਨਾ ਖੇਡ ਦੇਖੋ, ਉਹਦਾ ਇਹ ਮੰਨਣਾ ਕਿ ਜਿੰਨੇ ਵੀ ਬੱਚੇ ਪੈਦਾ ਹੋਣ ਉਹ ਫਿੱਟ ਹੋਣੇ ਚਾਹੀਦੇ ਹੈਗੇ ਆ। ਉਨੀ ਡੋਮੀਨੈਂਸ ਧਰਤੀ ਦੇ ਉੱਪਰ ਉਸ ਪ੍ਰਜਾਤੀ ਦੀ ਹੋਊਗੀ। ਹੁਣ ਮੰਨ ਲਓ ਕੁਦਰਤ ਨੂੰ ਇਹ ਲੱਗ ਰਿਹਾ ਕਿ ਜਿਹੜੀ ਇਹ ਫੀਮੇਲ ਹੈ ਇਹ ਸਟ੍ਰੈਸ ਦੇ ਵਿੱਚ ਆ, ਇਹਨੂੰ ਖਾਣ ਨੂੰ ਬੈਲੈਂਸ ਡਾਈਟ ਨਹੀਂ ਮਿਲ ਰਹੀ ਹੈਗੀ, ਇਹ ਚ ਵੀਕਨੈਸ ਹੈਗੀ ਹੈ, ਇਹਦੀ ਜਿਹੜੀ ਬੱਚੇਦਾਨੀ ਹੈ ਉਹਦੀ ਬਣਤਰ ਸਹੀ ਨਹੀਂ ਹੈਗੀ, ਉਹ ਚ ਰਸੌਲੀਆਂ ਹੈਗੀਆਂ ਨੇ। ਤਾਂ ਕੁਦਰਤ ਇਹ ਸੋਚਦੀ ਹੈ ਵੀ ਇਹ ਆਪਣਾ ਧਿਆਨ ਤਾਂ ਨਹੀਂ ਰੱਖ ਪਾ ਰਹੀ ਹੈਗੀ ਤੇ ਬੱਚਾ ਕਿਵੇਂ ਇਹਦੇ ਪੇਟ ਦੇ ਵਿੱਚ ਰਹੂਗਾ। ਤਾਂ ਅਕਸਰ ਹੀ ਉਹਨਾਂ ਫੀਮੇਲਸ ਦੇ ਵਿੱਚ ਜਿਹੜਾ ਹੈਗਾ ਐਗ ਰਿਲੀਜ਼ ਨਹੀਂ ਹੁੰਦਾ ਹੈਗਾ ਤਾਂ ਕਿ ਬੱਚਾ ਪੈਦਾ ਹੀ ਨਾ ਹੋ ਸਕੇ, ਕਿਉਂਕਿ ਇਹੋ ਜਿਹਾ ਬੱਚਾ ਜਿਹੜਾ ਕਿ ਵੀਕ ਹੋਊਗਾ ਤਾਂ ਪੂਰੀ ਪ੍ਰਜਾਤੀ ਨੂੰ ਉਹ ਵੀਕ ਕਰੂਗਾ। ਪ੍ਰੈਗਨੈਂਸੀ ਦੇ ਵਿੱਚ ਪ੍ਰੋਬਲਮ ਹੋਣ ਦੇ ਤੁਸੀਂ ਕਿੰਨੇ ਸਾਰੇ ਕਾਰਨ ਦੱਸੇ ਨੇ, ਪਰ ਔਰਤਾਂ ਦੇ ਵਿੱਚ ਪੀਸੀਓਡੀ ਦੀ ਸਮੱਸਿਆ ਅੱਜਕੱਲ ਆਪਾਂ ਬਹੁਤ ਸੁਣ ਰਹੇ ਹਾਂ। ਇਹ ਪੀਸੀਓਡੀ ਕੀ ਚੀਜ਼ ਹੈ? ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼। ਪੋਲੀ ਦਾ ਮਤਲਬ ਇੱਕ ਨਾਲੋਂ ਜ਼ਿਆਦਾ, ਸਿਸਟਿਕ ਦਾ ਮਤਲਬ ਸਿਸਟ ਬਣ ਰਹੀਆਂ ਹੈ ਨਾ, ਗੰਢਾਂ ਬਣ ਰਹੀਆਂ। ਓਵੇਰੀਅਨ ਦਾ ਮਤਲਬ ਜਿਹੜਾ ਹੈਗਾ ਅੰਡਕੋਸ਼, ਤੇ ਡਿਜ਼ੀਜ਼ ਦਾ ਮਤਲਬ ਬਿਮਾਰੀ। ਸੋ ਜਿਹੜੀ ਬਿਮਾਰੀ ਦੇ ਵਿੱਚ ਫੀਮੇਲ ਦੇ ਅੰਡਕੋਸ਼ ਦੇ ਵਿੱਚ ਇੱਕ ਤੋਂ ਜ਼ਿਆਦਾ ਗੰਢਾਂ ਬਣ ਰਹੀਆਂ ਹੋਣ ਤਾਂ ਉਸਨੂੰ ਆਪਾਂ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਬੋਲਦੇ ਹੈਗੇ ਆ। ਹਰ ਮਹੀਨੇ ਜਿਹੜਾ ਐਗ ਬਾਹਰ ਨਿਕਲਣਾ ਹੁੰਦਾ ਹੈਗਾ ਅੰਡਕੋਸ਼ ਦੇ ਵਿੱਚੋਂ, ਓਵਰੀ ਦੇ ਵਿੱਚੋਂ, ਉਹ ਅੰਦਰ ਟਰੈਪਡ ਰਹਿ ਜਾਂਦੇ ਆ ਤੇ ਜਿੰਨੇ ਮਹੀਨੇ ਨਿਕਲ ਜਾਂਦੇ ਉਨੀ ਉਹ ਅੰਦਰ ਟਰੈਪ ਰਹੀ ਜਾਂਦੇ, ਜਿਹੜੀਆਂ ਪਾਣੀ ਵਾਲੀਆਂ ਗੰਢਾਂ ਦੇ ਰੂਪ ਦੇ ਵਿੱਚ ਅਲਟਰਾਸਾਊਂਡ ਦੇ ਵਿੱਚ ਸਾਨੂੰ ਦਿਖਦੇ ਹੈਗੇ ਆ। ਡਾਕਟਰ, ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਇਹ ਸਮੱਸਿਆ ਤਾਂ ਜੈਨੇਟਿਕ ਹੈ ਤੇ ਆਪਾਂ ਜੈਨੇਟਿਕ ਸਮੱਸਿਆ ਬਾਰੇ ਕੁਝ ਨਹੀਂ ਕਰ ਸਕਦੇ। ਕੀ ਇਹ ਚੀਜ਼ ਸਹੀ ਹੈ? It is the gene which loads the gun, but it is the environment which pulls the trigger. ਮੋਟਾਪੇ ਦੀ ਸਮੱਸਿਆ ਜਿਹੜੀ ਹੈਗੀ ਆ ਜਾਂ ਤਾਂ ਉਹ ਇਨਸਾਨਾਂ 'ਚ ਜਾਂ ਇਨਸਾਨਾਂ ਵੱਲੋਂ ਪਾਲੇ ਹੋਏ ਜਾਨਵਰਾਂ 'ਚ ਹੈਗੀ ਆ, ਜੰਗਲ ਦੇ ਜਾਨਵਰਾਂ 'ਚ ਨਹੀਂ ਹੈਗੀ। ਇਹਦਾ ਮਤਲਬ ਹੈਗਾ ਕਿ ਸਾਡੇ ਲਾਈਫ ਸਟਾਈਲ ਦੇ ਵਿੱਚ ਕੁਝ ਅਜਿਹਾ ਹੈਗਾ ਜਿਹੜਾ ਕਿ ਜਾਨਵਰ ਨਹੀਂ ਕਰਦੇ ਤੇ ਸਾਡੇ ਕੰਟਰੋਲ 'ਚ ਹੈ। ਕਿਉਂਕਿ ਮੋਟਾਪੇ ਦੀ ਸਮੱਸਿਆ ਵੀ ਤਾਂ ਪਿਛਲੇ 30-40 ਸਾਲਾਂ 'ਚ ਜ਼ਿਆਦਾ ਹੋਈ ਹੈ ਨਾ, ਤਾਂ ਪੀਸੀਓਡੀ ਵੀ ਉਹਦੇ ਨਾਲ ਲਿੰਕਡ ਹੈਗੀ ਹੈ। ਤੇ ਪ੍ਰੂਵਨ ਹੈਗਾ ਕਿ ਜੇ ਤੁਹਾਡਾ 5 ਤੋਂ 10% ਫੈਟ ਵੀ ਕਿਸੇ ਫੀਮੇਲ ਦਾ ਜਿਹਨੂੰ ਪੀਸੀਓਡੀ ਹੈ ਉਹ ਘਟ ਜਾਂਦਾ ਹੈਗਾ ਤਾਂ ਉਹਦੇ ਪੀਰੀਅਡ ਰੈਗੂਲਰ ਹੋਣ ਲੱਗ ਜਾਂਦੇ ਹੈਗੇ। ਇਸ ਪੀਸੀਓਡੀ ਦੀ ਸਮੱਸਿਆ ਨੂੰ ਠੀਕ ਕਰਨ ਦੇ ਲਈ ਮੈਂ ਕਿੰਨੀਆਂ ਥਾਵਾਂ ਤੋਂ ਸੁਣਿਆ ਹੈ ਕਿ ਵੱਖ-ਵੱਖ ਕਿਸਮ ਦੀਆਂ ਡਾਈਟਸ ਨੇ। ਪਹਿਲੀ ਹੈਗੀ ਲੋ ਕਾਰਬ ਡਾਈਟ। ਦੇਖੋ, ਜੇ ਲੋ ਕਾਰਬ ਹੋ ਗਈ ਹੈ ਤਾਂ ਜ਼ਰੂਰੀ ਨਹੀਂ ਕਿ ਟੋਟਲ ਕੈਲਰੀਜ਼ ਡਾਈਟ ਘੱਟ ਹੀ ਆ ਰਹੀਆਂ ਹੋਣਗੀਆਂ। ਗਲੂਟਨ ਫ੍ਰੀ ਡਾਈਟ। ਗਲੂਟਨ ਛੱਡਣ ਦੇ ਨਾਲ ਮੈਨੂੰ ਸਮਝਾਓ ਕਿ ਇਨਸੂਲਿਨ ਦੇ ਉੱਪਰ ਕੀ ਅਸਰ ਹੋਣਾ। ਲੋ ਫੈਟ ਡਾਈਟ। ਸੋ ਫੈਟ ਆਪਾਂ ਛੱਡ ਵੀ ਦਿੰਨੇ ਆ, ਕਾਰਬ ਜੇ ਜ਼ਿਆਦਾ ਆ ਰਹੇ ਹੈਗੇ, ਕੈਲਰੀ ਜ਼ਿਆਦਾ ਆ ਰਹੀਆਂ ਹੈਗੀਆਂ ਤਾਂ ਫਿਰ ਵੀ ਪੀਸੀਓਡੀ ਨਹੀਂ ਠੀਕ ਹੋਣ ਵਾਲਾ। ਆਰਗੈਨਿਕ ਡਾਈਟ। ਹੁਣ ਆਰਗੈਨਿਕ ਦੇ ਵਿੱਚ ਠੀਕ ਹੈ ਵੀ ਅਸੀਂ ਪੈਸਟੀਸਾਈਡ ਨਹੀਂ ਯੂਜ਼ ਕਰ ਰਹੇ ਹੈਗੇ। ਹੁਣ ਪੈਸਟੀਸਾਈਡ ਯੂਜ਼ ਕਰਨਾ ਕੈਂਸਰ ਹੋ ਸਕਦਾ ਹੈਗਾ, ਪਰ ਆਪਾਂ ਕਹਿ ਦਈਏ ਕਿ ਉਹਦੇ ਨਾਲ ਪੀਸੀਓਡੀ ਹੋ ਜਾਊਗਾ, ਹਨਾ। ਦੁੱਧ, ਦਹੀਂ, ਮੱਖਣ ਬੰਦ। ਕੋਈ ਵੀ ਇਹੀ ਕਲੀਨਿਕਲ ਸਟੱਡੀ ਨਹੀਂ ਜਿਸ 'ਚ ਪ੍ਰੂਵ ਹੋਇਆ ਹੋਵੇ ਕਿ ਜੇ ਉਹ ਇੰਜੈਕਸ਼ਨ ਲਾ ਵੀ ਰਹੇ ਹੈਗੇ ਗਾਵਾਂ ਮੱਝਾਂ ਦੀ ਤਾਂ ਉਹਦੇ ਨਾਲ ਦੁੱਧ ਦੇ ਵਿੱਚ ਵੜ ਜਾਂਦਾ ਤੇ ਉਹ ਵੀ ਮੂੰਹ ਰਾਹੀਂ ਸਾਡੇ ਪੇਟ 'ਚ ਜਾਂਦਾ। ਪੇਟ ਤੋਂ ਮਤਲਬ ਤੁਹਾਨੂੰ ਲੱਗਦਾ ਵੀ ਐਸਿਡ ਛੱਡੂਗਾ ਉੱਥੇ, ਹਾਰਮੋਨ ਉਹ ਤੋੜ ਦਿੰਦਾ ਹੈਗਾ। ਕ੍ਰੈਸ਼ ਡਾਈਟ ਕਰਨਾ। ਅਕਸਰ ਹੀ ਫਰਜ਼ੀ ਖੁਰਾਕ ਉਸਤਾਦ ਕ੍ਰੈਸ਼ ਡਾਈਟਸ ਇਹ ਨਹੀਂ ਦਿੰਦੇ ਵੀ ਤੁਹਾਡਾ weight ਘਟਾ ਦੇਣਗੇ। ਦੇਖੋ, ਮੰਨ ਲਓ ਕਿ ਇੱਕ ਫੀਮੇਲ ਹੈ ਜਿਹੜੀ ਆਲਰੇਡੀ ਪ੍ਰੋਟੀਨ ਬੜਾ ਘੱਟ ਖਾ ਰਹੀ ਹੈ ਡਾਈਟ ਦੇ ਵਿੱਚੋਂ, ਉੱਤੋਂ ਦੀ ਡਾਈਟ ਆਪਾਂ ਹੋਰ ਘਟਾਤੀ, ਜਿਹੜਾ ਮਾੜਾ ਮੋਟਾ ਉਹਦਾ ਮਸਲ ਮਾਸ ਸੀਗਾ ਉਹ ਵੀ ਖਤਮ ਹੋ ਚੁੱਕਿਆ, ਪਹਿਲਾਂ ਹੀ ਵੀਕ ਸੀ, ਹੋਰ ਜ਼ਿਆਦਾ ਵੀਕਨੈਸ ਆ ਗਈ ਹੈ। ਸੋ ਕ੍ਰੈਸ਼ ਡਾਈਟ ਕਰਨ ਦੇ ਨਾਲ, ਲੋ ਕੈਲੋਰੀ ਡਾਈਟ ਕਰਨ ਦੇ ਨਾਲ ਜਿਹੜੀ ਬੈਲੈਂਸਡ ਨਹੀਂ ਹੈਗੀ ਉਹਦੇ ਨਾਲ ਪੀਸੀਓਡੀ ਦੀ ਸਮੱਸਿਆ ਵਧੇਗੀ, ਘਟੇਗੀ ਨਹੀਂ। ਤੁਸੀਂ ਸਾਰੀਆਂ ਡਾਈਟਸ ਜਿਹੜੀਆਂ ਮੈਂ ਤੁਹਾਨੂੰ ਪੁੱਛੀਆਂ ਸੀਗੀਆਂ ਉਹਨਾਂ ਨੂੰ ਨਕਾਰਿਆ ਸੀ। ਤੁਹਾਡੇ ਕੋਲ ਅਜਿਹੀ ਕਿਹੜੀ ਜਾਦੂਈ ਚੀਜ਼ ਹੈ ਜਿਹਦੇ ਨਾਲ ਪੀਸੀਓਡੀ ਦੀ ਸਮੱਸਿਆ ਨੂੰ ਰਿਵਰਸ ਕਰ ਦਿੰਦੇ ਹੋ? ਦੇਖੋ ਜੀ, ਮੈਂ ਮੰਨਦਾ ਵੀ ਮੇਰੇ ਕੋਲ ਕੋਈ ਜਾਦੂ ਦੀ ਪੂੜੀ ਨਹੀਂ ਹੈਗੀ ਵੀ ਜਿਹਦੇ ਨਾਲ ਇੱਕ ਝਟਕੇ ਦੇ ਵਿੱਚ ਸਾਰਾ ਕੁਝ ਠੀਕ ਹੋ ਜਾਏ, ਪਰ ਮੈਂ MBBS MD ਕੀਤੀ ਹੈਗੀ ਹੈ, ਮੈਂ ਕਿਤਾਬ ਦਾ ਰਾਈਟਰ ਹੈਗਾ, ਨਿਊਟ੍ਰੀਸ਼ਨ ਸਾਇੰਸ ਬਾਰੇ ਮੈਂ ਪੜ੍ਹਿਆ ਹੋਇਆ, ਉਹਦੀ ਮੈਨੂੰ ਨੌਲੇਜ ਹੈਗੀ ਹੈ ਤੇ ਉਸ ਦੇ ਵਿੱਚੋਂ ਜੇਕਰ ਮੈਂ ਡਾਈਟ ਬਾਰੇ ਟਿਪਸ ਇੱਥੇ ਸ਼ੇਅਰ ਕਰਦਾ ਹੈਗਾ ਤਾਂ ਉਹਨਾਂ ਨੂੰ ਫੋਲੋ ਕਰਕੇ ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੀਆਂ ਸਿਸਟਰਸ, ਬੇਟੀਆਂ ਜੇਕਰ ਉਹ ਇਹਨਾਂ ਨੂੰ ਫੋਲੋ ਕਰਦੇ ਤਾਂ ਬੜੇ ਆਰਾਮ ਦੇ ਨਾਲ ਉਹ ਇਸ ਪੀਸੀਓਡੀ ਵਰਗੀ ਸਮੱਸਿਆ ਨੂੰ ਰਿਵਰਸ ਕਰ ਸਕਦੀਆਂ ਹੈਗੀਆਂ। ਵੈਸੇ ਤੁਸੀਂ ਬੜੀ ਕਮਾਲ ਦੀ ਉਦਾਹਰਨ ਦੇ ਕੇ ਸਾਰਾ ਕੁਝ ਸਮਝਾ ਦਿੱਤਾ ਹੈ। ਨਹੀਂ ਤਾਂ ਮੈਂ ਅੱਜ ਕੱਲ੍ਹ ਦੇਖਦੀ ਹੁੰਦੀ ਹਾਂ ਕਿ ਸੋਸ਼ਲ ਮੀਡੀਆ ਤੇ ਬੈਠੇ ਸੋ-ਕਾਲਡ ਫਿਟਨੈਸ ਐਕਸਪਰਟਸ ਲੋਕਾਂ ਨੂੰ ਤਾਂ ਉਲਝਾ ਹੀ ਰਹੇ ਨੇ ਤੇ ਮੈਂ ਤਾਂ ਯਕੀਨ ਨਾਲ ਕਹਿ ਸਕਦੀ ਹਾਂ ਕਿ YouTube ਦੇ ਉੱਤੇ ਮੈਡੀਕਲ ਸਾਇੰਸ ਨੂੰ ਇੰਨੇ ਸੌਖੇ ਸ਼ਬਦਾਂ ਦੇ ਵਿੱਚ ਡਾਕਟਰ ਨਵਦੀਪ ਤੋਂ ਬਿਨਾਂ ਹੋਰ ਕੋਈ ਨਹੀਂ ਸਮਝਾ ਰਿਹਾ।
ਹਰ ਸਾਲ 28 ਮਈ ਦਾ ਦਿਨ ਔਰਤਾਂ ਦੀ ਸਿਹਤ ਦੇ ਵਿੱਚ ਸੁਧਾਰ ਕਰਨ ਦੇ ਮਕਸਦ ਨਾਲ ਮਨਾਇਆ ਜਾਂਦਾ ਹੈ। ਅੱਜ ਅਸੀਂ ਆਪਣੇ ਪ੍ਰੋਗਰਾਮ ਗੱਲਾਂ ਸਿਹਤ ਦੀਆਂ ਵਿੱਚ ਇਸੇ ਮਕਸਦ ਦੇ ਨਾਲ ਡਾਕਟਰ ਨਵਦੀਪ ਸਿੰਘ ਜੀ ਦੇ ਨਾਲ ਔਰਤਾਂ ਦੀ ਇੱਕ ਖਾਸ ਸਮੱਸਿਆ ਬਾਰੇ ਗੱਲਬਾਤ ਕਰਾਂਗੇ। ਤੇ ਜੇਕਰ ਤੁਸੀਂ ਸਾਡੀ ਇਸ ਜਾਣਕਾਰੀ ਭਰਪੂਰ ਵੀਡੀਓ ਨੂੰ ਆਪਣੀ ਮਦਰ, ਸਿਸਟਰ ਜਾਂ ਬੇਟੀ ਦੇ ਨਾਲ ਸ਼ੇਅਰ ਕਰਦੇ ਹੋ ਤਾਂ ਇਸ ਦਿਨ ਨੂੰ ਸਫਲ ਬਣਾਉਣ ਦੇ ਵਿੱਚ ਤੁਸੀਂ ਵੀ ਆਪਣਾ ਪੂਰਾ ਯੋਗਦਾਨ ਪਾ ਸਕਦੇ ਹੋ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਦੁਨੀਆ ਭਰ ਦੇ ਵਿੱਚ ਇਸ ਪ੍ਰੋਗਰਾਮ ਨੂੰ ਦੇਖ ਰਹੀਆਂ ਮਾਵਾਂ ਭੈਣਾਂ ਤੇ ਬੇਟੀਆਂ ਦਾ ਵੀ। ਤਾਂ ਡਾਕਟਰ ਸਾਹਿਬ, ਜੇਕਰ ਆਪਾਂ ਔਰਤਾਂ ਦੀਆਂ ਖਾਸ ਸਮੱਸਿਆਵਾਂ ਬਾਰੇ ਗੱਲ ਕਰੀਏ ਤਾਂ ਅੱਜਕੱਲ ਬਹੁਤ ਸਾਰੀਆਂ ਲੇਡੀਜ਼ ਦੇ ਪੀਰੀਅਡਸ ਜੋ ਉਹ ਇਰੈਗੂਲਰ ਹੋ ਰਹੇ ਨੇ। ਸੋ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਪੀਰੀਅਡਸ ਰੈਗੂਲਰ ਤੇ ਇਰੈਗੂਲਰ ਹੋਣ ਦਾ ਮੀਨਿੰਗ ਕੀ ਹੈ? ਹਾਂਜੀ, ਬਿਲਕੁਲ ਬੇਸਿਕ ਸਵਾਲ ਹੈ ਤੇ ਪੁੱਛਣਾ ਤੇ ਦੱਸਣਾ ਜ਼ਰੂਰੀ ਵੀ ਹੈਗਾ। ਸੋ ਦੇਖੋ, ਆਮ ਤੌਰ ਤੇ 15 ਸਾਲ ਤੋਂ ਫੀਮੇਲਸ ਦੇ ਵਿੱਚ ਜਿਹੜੇ ਪੀਰੀਅਡਸ ਨੇ ਹਨਾ, ਮਾਹਵਾਰੀ ਹੈਗੀ ਹੈ, ਇੱਕ ਸਾਈਕਲ ਹੈਗਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਤੇ 45 ਸਾਲ ਤੱਕ ਆਪਾਂ ਮੰਨਦੇ ਵੀ ਚੱਲਦਾ। ਤੇ ਇਹਦਾ ਜਿਹੜੀ ਡਿਊਰੇਸ਼ਨ ਹੁੰਦੀ ਹੈ ਕਿੰਨੇ ਦਿਨਾਂ ਤੱਕ ਚੱਲਦਾ, ਉਹ ਹੈ ਅਸੀਂ ਮੰਨਦੇ ਹਾਂ 28 ਕੁ ਦਿਨ ਐਵਰੇਜ ਔਸਤਨ ਜਿਹੜਾ ਹੈ। ਠੀਕ ਹੈ, ਪਰ ਜ਼ਰੂਰੀ ਨਹੀਂ ਵੀ ਹਰ ਕਿਸੇ ਦਾ 28 ਦਿਨ ਹੀ ਹੋਵੇ, ਕਿਸੇ ਦਾ ਘੱਟ ਜਾਂ ਵੱਧ ਵੀ ਹੋ ਸਕਦਾ। ਕਿੰਨਾ ਘੱਟ ਤੇ ਵੱਧ ਨਾਰਮਲ ਮੰਨਿਆ ਜਾਂਦਾ, ਇਸ ਨੂੰ ਸਮਝਣ ਦੀ ਲੋੜ ਹੈਗੀ ਆ। ਤਾਂ ਸੌਖਾ ਤਰੀਕਾ 28 ਦੇ ਵਿੱਚ 7 ਮਾਈਨਸ ਕਰ ਦਿਓ ਜਾਂ ਪਲੱਸ ਕਰ ਦਿਓ। ਸੋ ਆਪਾਂ ਕਹਿ ਸਕਦੇ ਹਾਂ ਵੀ ਜੇਕਰ ਸਾਈਕਲ ਜਿਹੜਾ ਹੈਗਾ 21 ਤੋਂ 35 ਦਿਨਾਂ ਦਾ ਹੈਗਾ, ਸੋ 21 ਜਾਂ 35 ਦਿਨਾਂ ਤੱਕ ਜਿਹੜਾ ਸਾਈਕਲ ਆ ਰਿਹਾ ਹੈਗਾ, ਪੀਰੀਅਡਸ ਆ ਰਹੇ ਹੈਗੇ ਆ, ਮਾਹਵਾਰੀ ਆ ਰਹੀ ਹੈਗੀ ਆ, ਤਾਂ ਫਿਰ ਉਹ ਅਸੀਂ ਨਾਰਮਲ ਮੰਨਦੇ ਹਾਂ। ਜੇ 21 ਦਿਨਾਂ ਤੋਂ ਪਹਿਲਾਂ ਹੀ ਪੀਰੀਅਡਸ ਆ ਜਾਂਦੇ ਜਾਂ 35 ਦਿਨਾਂ ਤੋਂ ਲੇਟ ਹੋ ਰਿਹਾ ਤਾਂ ਇਹਨੂੰ ਅਸੀਂ ਇਰੈਗੂਲਰ ਕਹਿੰਦੇ ਹੈਗੇ, ਵੀ ਰੈਗੂਲਰ ਨਹੀਂ ਆ ਰਹੇ, ਅਨਿਯਮਿਤ ਹੈਗੇ ਆ। ਤੇ ਇਸ ਗੱਲ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ, ਇਸ ਗੱਲ ਨੂੰ ਸਮਝਣ ਦੇ ਵਿੱਚ ਕਿ ਇੱਕ ਵਾਰੀ ਜੇ ਪੀਰੀਅਡ ਮਿਸ ਹੋ ਗਏ ਤਾਂ ਕਹਿ ਦੇਣਾ ਕਿ ਪੀਰੀਅਡਸ ਨਹੀਂ ਆਏ ਤਾਂ ਉਹਦੀ ਟੈਨਸ਼ਨ ਲੈਣੀ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹਦੀ ਲੋੜ ਵੀ ਨਹੀਂ ਹੈ ਬੜਾ ਸੋਚਣ ਦੀ। ਸੋ ਜੇ ਲਗਾਤਾਰ 2 ਮਹੀਨੇ ਜਾਂ ਕਈ ਮਹੀਨੇ ਕੋਈ ਕਿਤੇ ਆਉਂਦੇ ਆ ਕਿਤੇ ਨਹੀਂ ਆਉਂਦੇ ਹੈਗੇ, ਸੋ ਪੈਟਰਨ ਦੇਖਣਾ ਹੁੰਦਾ ਆਪਾਂ ਕਿ ਜੇ ਮਿਸ ਹੋ ਰਿਹਾ। ਇੱਕ ਤਰੀਕਾ ਹੋਰ ਹੈਗਾ ਜਿਸ ਦੇ ਨਾਲ ਅਸੀਂ ਕਹਿੰਦੇ ਵੀ ਪੀਰੀਅਡਸ ਰੈਗੂਲਰ ਨੇ ਜਾਂ ਇਰੈਗੂਲਰ ਨੇ। ਆਮ ਤੌਰ 'ਤੇ ਜਿਹੜਾ ਬਲੀਡਿੰਗ ਹੁੰਦੀ ਹੈ ਉਹ ਘੱਟੋ ਘੱਟ 2 ਦਿਨ ਤੇ ਵੱਧ ਤੋਂ ਵੱਧ 7 ਦਿਨ ਹੋਣੀ ਚਾਹੀਦੀ ਹੈ। ਜੇ 2 ਦਿਨਾਂ ਤੋਂ ਘੱਟ ਹੋ ਰਹੀ ਹੈ, 7 ਦਿਨਾਂ ਤੋਂ ਜ਼ਿਆਦਾ ਹੋ ਰਹੀ ਹੈ, ਤਾਂ ਵੀ ਆਪਾਂ ਕਹਿੰਦੇ ਹਾਂ ਕਿ ਪੀਰੀਅਡਸ ਇੱਕ ਫੀਮੇਲ ਦੇ ਇਰੈਗੂਲਰ ਹੋ ਗਏ ਨੇ। ਓਕੇ, ਤਾਂ ਚਲੋ ਇਹ ਤਾਂ ਸਮਝ ਆ ਗਿਆ ਕਿ ਆਪਾਂ ਕਦੋਂ ਕਹਿੰਦੇ ਹਾਂ ਕਿ ਪੀਰੀਅਡਸ ਇਰੈਗੂਲਰ ਨੇ। ਬਟ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਕਿ ਹਰ ਚੀਜ਼ ਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਸੋ ਪੀਰੀਅਡਸ ਇਰੈਗੂਲਰ ਜਾਂ ਅਬਨੋਰਮਲ ਹੋਣ ਦੇ ਪਿੱਛੇ ਕੀ ਕਾਰਨ ਹੋ ਸਕਦੇ? ਹਾਂਜੀ, ਸੋ ਤੁਸੀਂ ਗੱਲ ਕੀਤੀ ਅਬਨੋਰਮਲ ਦੀ, ਯਾਨੀ ਜਿਹੜਾ ਨਾਰਮਲ ਨਹੀਂ ਹੈ। ਸੋ ਅਬਨੋਰਮਲ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਊਗਾ ਕਿ ਨਾਰਮਲੀ ਪੀਰੀਅਡਸ ਆਉਂਦੇ ਹੀ ਕਿਉਂ ਹੈਗੇ ਆ, ਇਹਨਾਂ ਦਾ ਕਾਰਨ ਕੀ ਹੈ। ਕੁਦਰਤ ਨੇ ਮਤਲਬ ਇਸ ਤਰ੍ਹਾਂ ਦਾ ਸਿਸਟਮ ਕਿਉਂ ਇੰਸਟਾਲ ਕੀਤਾ ਫੀਮੇਲ ਦੇ ਵਿੱਚ, ਇਹ ਥੋੜ੍ਹਾ ਜਿਹਾ ਸਭ ਨੂੰ ਆਈਡੀਆ ਹੁੰਦਾ ਹੈਗਾ ਕਿ ਜੇ ਕਿਸੇ ਦੇ ਪੀਰੀਅਡਸ ਕਿਸੇ ਫੀਮੇਲ ਦੇ ਨਾਰਮਲ ਆ ਰਹੇ ਹੈਗੇ ਆ ਤਾਂ ਇਹਦਾ ਮਤਲਬ ਪ੍ਰੈਗਨੈਂਸੀ ਹੋਣ ਦੇ ਚਾਂਸ ਉਹਦੇ ਓਕੇ ਆ, ਉਹਨੂੰ ਅੱਗੇ ਜਾ ਕੇ ਕੋਈ ਬਹੁਤੀ ਪ੍ਰੋਬਲਮ ਨਹੀਂ ਆਊਗੀ। ਅਸਲ ਦੇ ਵਿੱਚ ਨਾ ਇਸ ਦੁਨੀਆ 'ਤੇ ਜਿੰਨੇ ਵੀ ਜਾਨਵਰ ਹੈਗੇ ਆ, ਜਿੰਨੀਆਂ ਵੀ ਪ੍ਰਜਾਤੀਆਂ ਹੈਗੀਆਂ, ਉਹਨਾਂ ਦਾ ਕੰਮ ਇਹੀ ਹੈ ਕਿ ਉਹਨਾਂ ਨੇ ਪੈਦਾ ਹੋਣਾ। ਮੈਂ ਕਹਿ ਸਕਦਾ ਵੀ ਕੁਦਰਤ ਇਹ ਚਾਹੁੰਦੀ ਹੈ, ਉਹਨਾਂ ਨੇ ਪੈਦਾ ਹੋਣਾ, ਵੱਡੇ ਹੋਣਾ, ਉਹਨਾਂ ਦੇ ਰਿਲੇਸ਼ਨ ਬਣਨਗੇ, ਉਸ ਤੋਂ ਬਾਅਦ ਬੱਚੇ ਪੈਦਾ ਹੋਣਗੇ ਤੇ ਜਿੰਨੇ ਬੱਚੇ ਵੱਧ ਪੈਦਾ ਹੋਣਗੇ ਤਾਂ ਉਨੀ ਡੋਮੀਨੈਂਸ ਧਰਤੀ ਦੇ ਉੱਪਰ ਉਸ ਪ੍ਰਜਾਤੀ ਦੀ ਹੋਊਗੀ। ਠੀਕ, ਸੋ ਨੇਚਰ ਇਹ ਚਾਹੁੰਦੀ ਹੈਗੀ ਹੈ ਨਾ। ਐਵੋਲਿਊਸ਼ਨ ਜੇ ਅਸੀਂ ਪੜ੍ਹਦੇ ਹਾਂ ਉਹਦੇ ਵਿੱਚ ਦੱਸਿਆ ਜਾਂਦਾ ਹਿਊਮਨਸ ਦੇ ਵਿੱਚ ਵੀ ਇਸੇ ਤਰ੍ਹਾਂ ਨਾਲ ਹੀ ਹੈ। ਪਰ ਬਾਕੀ ਜਿਵੇਂ ਜਾਨਵਰ ਨੇ ਉਦਾਹਰਨ ਲਈਏ, ਜਿਵੇਂ ਆਪਾਂ ਮੁਰਗੀ ਹੈ, ਉਹ ਅੰਡਾ ਦਿੰਦੀ ਆ ਤਾਂ ਉਸ ਤੋਂ ਬਾਅਦ ਉਹ 'ਚੋਂ ਬੱਚੇ ਨਿਕਲਦੇ ਆ। ਹਿਊਮਨ ਫੀਮੇਲਸ ਦੇ ਵਿੱਚ ਵੀ ਅੰਦਰੋਂ ਇੱਕ ਐਗ ਨਿਕਲਦਾ ਹੈ। ਕਿੱਥੋਂ ਨਿਕਲਦਾ? ਉਹਦਾ ਅੰਡਕੋਸ਼ ਹੁੰਦਾ ਜਿਹਨੂੰ ਓਵਰੀ ਕਹਿੰਦੇ ਹੈਗੇ। ਠੀਕ ਹੈ, ਬਿਲਕੁਲ। ਸੋ ਹਰ ਮਹੀਨੇ ਉਸ 'ਚੋਂ ਐਗ ਨਿਕਲਦਾ ਤੇ ਉਹ ਟਿਊਬ ਦੇ ਥਰੂ ਆਉਂਦਾ ਬੱਚੇਦਾਨੀ ਦੇ ਕੋਲ। ਤੇ ਜੇਕਰ ਉਸ ਸਮੇਂ ਦੇ ਵਿੱਚ ਇੱਕ ਮੇਲ ਦੇ ਨਾਲ ਉਹਦੇ ਰਿਲੇਸ਼ਨ ਬਣਦੇ ਆ ਤਾਂ ਉੱਥੋਂ ਸਪਰਮ ਸ਼ੁਕਰਾਣੂ ਦਾ ਜਿਹੜਾ ਹੈਗਾ ਉਹ ਆ ਕੇ ਉਹਦੇ ਨਾਲ ਫਿਊਜ਼ ਕਰ ਜਾਂਦਾ ਅੰਡੇ ਦੇ ਨਾਲ, ਯਾਨੀ ਕਿ ਕਹਿ ਲਓ ਇੱਕ ਬੀ ਬਣ ਗਿਆ। ਤੇ ਜਿਹੜੀ ਬੱਚੇਦਾਨੀ ਦੀ ਅੰਦਰਲੀ ਕੰਧ ਹੈਗੀ ਆ, ਉੱਥੇ ਕਹਿ ਲਓ ਵੀ ਉਪਜਾਊ ਜ਼ਮੀਨ ਹੁੰਦੀ ਹੈ ਜਿਹਦੇ ਵਿੱਚ ਉਹ ਬੀ ਹੈ ਜਿਹੜਾ ਉਹ ਬੀਜਿਆ ਜਾਂਦਾ ਹੈਗਾ। ਤੇ ਜੇਕਰ ਸਾਰਾ ਕੁਝ ਠੀਕ ਰਹਿੰਦਾ ਤਾਂ 9 ਮਹੀਨੇ ਬਾਅਦ ਜਿਹੜੀ ਹੈਗੀ ਆ ਡਿਲੀਵਰੀ ਹੋ ਜਾਂਦੀ ਹੈ। ਠੀਕ, ਸੋ ਹੁਣ ਕੁਦਰਤ ਦਾ ਨਾ ਖੇਡ ਦੇਖੋ, ਕੁਦਰਤ ਦੀ ਉਹਦਾ ਇਹ ਮੰਨਣਾ ਹੈ ਕੁਦਰਤ ਦਾ ਕਿ ਜਿੰਨੇ ਵੀ ਬੱਚੇ ਪੈਦਾ ਹੋਣ ਉਹ ਫਿੱਟ ਹੋਣੇ ਚਾਹੀਦੇ ਹੈਗੇ ਆ। ਹੁਣ ਮੰਨ ਲਓ ਕਿ ਕੁਦਰਤ ਨੂੰ ਇਹ ਲੱਗ ਰਿਹਾ ਕਿ ਜਿਹੜੀ ਇਹ ਫੀਮੇਲ ਹੈ ਇਹ ਸਟ੍ਰੈਸ ਦੇ ਵਿੱਚ ਆ, ਇਹਨੂੰ ਖਾਣ ਨੂੰ ਬੈਲੈਂਸ ਡਾਈਟ ਨਹੀਂ ਮਿਲ ਰਹੀ ਹੈਗੀ, ਇਹ 'ਚ ਵੀਕਨੈਸ ਹੈਗੀ ਆ, ਇਹਦੀ ਜਿਹੜੀ ਬੱਚੇਦਾਨੀ ਹੈ ਉਹਦੀ ਬਣਤਰ ਸਹੀ ਨਹੀਂ ਹੈਗੀ, ਉਹ 'ਚ ਰਸੌਲੀਆਂ ਹੈਗੀਆਂ ਨੇ। ਤਾਂ ਕੁਦਰਤ ਇਹ ਸੋਚਦੀ ਹੈ ਵੀ ਇਹ ਆਪਣਾ ਧਿਆਨ ਤਾਂ ਨਹੀਂ ਰੱਖ ਪਾ ਰਹੀ ਹੈਗੀ ਤੇ ਬੱਚਾ ਕਿਵੇਂ ਇਹਦੇ ਪੇਟ ਦੇ ਵਿੱਚ ਰਹੂਗਾ, ਕਿ ਕਿਸ ਤਰ੍ਹਾਂ ਦਾ ਬੱਚਾ ਪੈਦਾ ਹੋਏਗਾ। ਸੋ ਕਹਿ ਲਓ ਕਿ ਉੱਥੇ ਉਹ ਪਹਿਲਾਂ ਹੀ ਕਾਂਟਾ ਲਾ ਦਿੰਦੀ ਹੈਗੀ ਹੈ। ਜਿਵੇਂ ਆਪਾਂ ਕਿਸੇ ਚੀਜ਼ ਦਾ ਬੈਕਗਰਾਊਂਡ ਚੈੱਕ ਕਰਦੇ ਹਾਂ ਨਾ, ਤਾਂ ਨੇਚਰ ਬੈਕਗਰਾਊਂਡ ਚੈੱਕ ਕਰ ਰਹੀ ਹੈਗੀ ਹੈ ਸਾਰਾ, ਵੀ ਸਾਰਾ ਕੁਝ ਠੀਕ ਆ ਬੱਚਾ ਪੈਦਾ ਕਰਨ ਵਾਸਤੇ। ਸੋ ਜੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੈਗੀਆਂ ਨੇ ਤੇ ਇਹੀ ਇਸ ਚੀਜ਼ ਦੇ ਕਾਰਨ ਬਣਦੇ ਨੇ। ਤੁਸੀਂ ਦੇਖੋਗੇ ਕਿ ਯੂਟਰਸ ਦੇ ਵਿੱਚ ਫਾਈਬਰੋਇਡ ਨੇ ਜੀ, ਸਟ੍ਰੈਸ ਜ਼ਿਆਦਾ ਹੋ ਰਿਹਾ, ਡਾਈਟ ਸਹੀ ਨਹੀਂ ਹੈਗੀ, ਲਾਈਫ ਸਟਾਈਲ ਸਹੀ ਨਹੀਂ ਹੈ, ਵੀਕਨੈਸ ਹੈਗੀ ਹੈ ਬੋਡੀ 'ਚ, ਇਹਨੂੰ ਡਾਇਬਟੀਜ਼ ਅੱਗੇ ਜਾ ਕੇ ਹੋ ਸਕਦੀ ਹੈਗੀ ਹੈ। ਜੇ ਉਹਨੂੰ ਇਹ ਵੀ ਲੱਗਦਾ ਨੇਚਰ ਨੂੰ, ਤਾਂ ਅਕਸਰ ਹੀ ਉਹਨਾਂ ਫੀਮੇਲਸ ਦੇ ਵਿੱਚ ਜਿਹੜਾ ਹੈਗਾ ਐਗ ਰਿਲੀਜ਼ ਨਹੀਂ ਹੁੰਦਾ ਹੈਗਾ ਓਵਰੀ ਦੇ ਵਿੱਚੋਂ।
ਓਵੂਲੇਸ਼ਨ ਹੁੰਦੀ ਹੀ ਨਹੀਂ ਹੈਗੀ ਤਾਂ ਕਿ ਬੱਚਾ ਪੈਦਾ ਹੀ ਨਾ ਹੋ ਸਕੇ, ਕਿਉਂਕਿ ਇਹੋ ਜਿਹਾ ਬੱਚਾ ਜਿਹੜਾ ਕਿ ਵੀਕ ਹੋਊਗਾ ਤਾਂ ਪੂਰੀ ਪ੍ਰਜਾਤੀ ਨੂੰ ਉਹ ਵੀਕ ਕਰੂਗਾ। ਤਾਂ ਫਿਰ ਕੁਦਰਤ ਜਿਹੜੀ ਹੈ ਉਸੇ ਤਰੀਕੇ ਨਾਲ ਸੋਚਦੀ ਹੈ ਕਿ ਜਿੰਨਾ ਚਿਰ ਪਹਿਲਾਂ ਮਾਂ ਦੀ ਸਿਹਤ ਠੀਕ ਨਹੀਂ ਹੈਗੀ ਉਹਨਾਂ ਚਿਰ ਗਰਭ ਧਾਰਨ ਕਰਨਾ, ਪ੍ਰੈਗਨੈਂਸੀ ਹੋਣੀ ਕੋਈ ਬਹੁਤਾ ਸਹੀ ਚੀਜ਼ ਨਹੀਂ ਮੰਨੀ ਜਾ ਸਕਦੀ। ਬਾਕੀ ਦੇਖੋ ਕੁਛ ਕਾਰਨ ਇਹ ਵੀ ਆ ਵੀ ਜਿਵੇਂ ਹੁਣ 15 ਸਾਲ ਤੋਂ ਪੀਰੀਅਡ ਸਟਾਰਟ ਹੁੰਦੇ ਨੇ ਤਾਂ ਹੋ ਸਕਦਾ ਉਦੋਂ ਪੀਰੀਅਡ ਵੈਸੇ ਹੀ ਮਿਸ ਹੋ ਜਾਣ, ਤਾਂ ਉਹ ਵੀ ਕਾਰਨ ਹੋ ਸਕਦਾ ਕਿਉਂਕਿ ਸਿਸਟਮ ਹਜੇ ਡਿਵੈਲਪ ਹੋ ਰਿਹਾ ਹੈਗਾ, ਹੈ ਨਾ, ਉਦੋਂ ਬਾਅਦ ਰਹਿਣਾ ਹੁੰਦਾ ਸਿਸਟਮ। ਤੇ ਜਦੋਂ 45 ਸਾਲ ਤੋਂ ਬਾਅਦ ਆਪਾਂ ਕਹਿੰਦੇ 45 ਤੋਂ 50 ਤੱਕ ਪੀਰੀਅਡਸ ਬੰਦ ਹੋਣੇ ਸ਼ੁਰੂ ਹੋਏ ਤਾਂ ਉਦੋਂ ਤਾਂ ਵੈਸੇ ਹੀ ਮਿਸ ਹੋ ਸਕਦੇ ਆ ਪੀਰੀਅਡ। ਜਾਂ ਫਿਰ ਆਪਾਂ ਦੇਖਦੇ ਵਿੱਚ ਗਰਭ ਧਾਰਨ ਹੋ ਹੀ ਗਿਆ ਹੈਗਾ ਤਾਂ ਇਹ ਅਕਸਰ ਧਿਆਨ ਦੇਣ ਦੀ ਲੋੜ ਹੁੰਦੀ ਹੈ ਫੀਮੇਲ ਦੇ ਵਿੱਚ। ਪੀਰੀਅਡ ਮਿਸ ਹੋ ਰਿਹਾ ਜੇ ਉਹ ਐਕਟਿਵ ਹੈਗੀਆਂ ਫਿਜ਼ੀਕਲੀ ਤਾਂ ਚੈੱਕ ਜ਼ਰੂਰ ਕਰਨਾ ਚਾਹੀਦਾ ਕਿ ਕਿਤੇ ਪ੍ਰੈਗਨੈਂਸੀ ਤਾਂ ਨਹੀਂ ਹੋਈ। ਸੋ ਉਸ ਕਾਰਨ ਕਰਕੇ ਵੀ ਪੀਰੀਅਡਸ ਮਿਸ ਹੋ ਸਕਦੇ ਹੈਗੇ, ਇਰੈਗੂਲਰ ਹੋ ਸਕਦੇ ਆ। ਜਾਂ ਫਿਰ ਜਦੋਂ ਫੀਡਿੰਗ ਚੱਲ ਰਹੀ ਹੁੰਦੀ ਹੈ ਯਾਨੀ ਕਿ ਬੱਚਾ ਹੋ ਜਾਂਦਾ ਤੇ ਮਦਰ ਹੈ ਜਿਹੜੀ ਉਹਨੂੰ ਫੀਡ ਕਰਾ ਰਹੀ ਹੈ ਆਪਣਾ, ਤਾਂ ਉਦੋਂ ਹਾਰਮੋਨਲ ਚੇਂਜਸ ਕਰਕੇ ਨਾ ਜਿਹੜਾ ਹੈਗਾ ਲੈਕਟੇਸ਼ਨਲ ਐਮਨੋਰੀਆ ਕਹਿੰਦੇ। ਹਾਂਜੀ ਬਿਲਕੁਲ, ਉਹਨੂੰ ਲੈਕਟੇਸ਼ਨਲ ਐਮਨੋਰੀਆ ਕਿਹਾ ਜਾਂਦਾ ਹੈਗਾ, ਬਿਲਕੁਲ ਸਹੀ ਕਿਹਾ ਤੁਸੀਂ। ਸੋ ਉਹਨੂੰ ਵੀ ਜਿਹੜਾ ਹੈਗਾ ਲਗਭਗ 1.5 ਤੋਂ 2 ਸਾਲ ਤੱਕ ਜਦੋਂ ਤੱਕ ਫੀਡ ਚੱਲਦੀ ਹੈ ਤੇ ਚਾਂਸ ਇੰਨੇ ਨਹੀਂ ਹੁੰਦੇ ਹੈਗੇ ਕਿ ਉਦੋਂ ਪੀਰੀਅਡਸ ਰੈਗੂਲਰ ਹੋ ਜਾਣ। ਵੈਸੇ ਤੁਸੀਂ ਬੜੀ ਕਮਾਲ ਦੀ ਉਦਾਹਰਨ ਦੇ ਕੇ ਸਾਰਾ ਕੁਝ ਸਮਝਾ ਦਿੱਤਾ। ਨਹੀਂ ਤਾਂ ਮੈਂ ਅੱਜ ਕੱਲ੍ਹ ਦੇਖਦੀ ਹੁੰਦੀ ਹਾਂ ਕਿ ਸੋਸ਼ਲ ਮੀਡੀਆ ਤੇ ਬੈਠੇ ਸੋ-ਕਾਲਡ ਫਿਟਨੈਸ ਐਕਸਪਰਟਸ ਲੋਕਾਂ ਨੂੰ ਤਾਂ ਉਲਝਾ ਹੀ ਰਹੇ ਨੇ। ਹਾਂ। ਬਾਕੀ ਪ੍ਰੈਗਨੈਂਸੀ ਦੇ ਵਿੱਚ ਪ੍ਰੋਬਲਮ ਹੋਣ ਦੇ ਤੁਸੀਂ ਕਿੰਨੇ ਸਾਰੇ ਕਾਰਨ ਦੱਸੇ ਨੇ, ਪਰ ਇਹਨਾਂ ਕਾਰਨਾਂ ਤੋਂ ਇਲਾਵਾ ਵੀ ਔਰਤਾਂ ਦੇ ਵਿੱਚ PCOD ਦੀ ਸਮੱਸਿਆ ਅੱਜ ਕੱਲ੍ਹ ਆਪਾਂ ਬਹੁਤ ਸੁਣ ਰਹੇ ਹਾਂ। ਇਹ PCOD ਕੀ ਚੀਜ਼ ਹੈ? ਹਾਂਜੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਇੰਡੀਆ ਦੇ ਵਿੱਚ ਜੇ ਆਪਾਂ ਦੇਖੀਏ ਨਾ, ਫੀਮੇਲ ਦੇ ਵਿੱਚ ਜਿਹੜੀ ਇਨਫਰਟੀਲਿਟੀ ਹੈ, ਬੱਚਾ ਪੈਦਾ ਨਹੀਂ ਹੋ ਰਿਹਾ, ਤਾਂ ਉਹਦਾ ਇੱਕ ਬਹੁਤ ਵੱਡਾ ਕਾਰਨ PCOD ਮੰਨਿਆ ਜਾ ਰਿਹਾ ਹੈਗਾ। ਹੁਣ PCOD ਕੀ ਚੀਜ਼ ਹੈਗੀ ਆ? ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼। ਪੋਲੀ ਦਾ ਮਤਲਬ ਇੱਕ ਨਾਲੋਂ ਜ਼ਿਆਦਾ, ਓਵੇਰੀਅਨ ਦਾ ਮਤਲਬ ਜਿਹੜਾ ਹੈਗਾ ਅੰਡਕੋਸ਼, ਸਿਸਟਿਕ ਦਾ ਮਤਲਬ ਸਿਸਟ ਬਣ ਰਹੀਆਂ ਹੈ ਨਾ, ਗੰਢਾਂ ਬਣ ਰਹੀਆਂ, ਤੇ ਡਿਜ਼ੀਜ਼ ਦਾ ਮਤਲਬ ਬਿਮਾਰੀ। ਸੋ ਜਿਹੜੀ ਬਿਮਾਰੀ ਦੇ ਵਿੱਚ ਫੀਮੇਲ ਦੇ ਅੰਡਕੋਸ਼ ਦੇ ਵਿੱਚ ਗੰਢਾਂ ਬਣ ਰਹੀਆਂ ਹੋਣ ਇੱਕ ਤੋਂ ਜ਼ਿਆਦਾ, ਤਾਂ ਉਸਨੂੰ ਆਪਾਂ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਬੋਲਦੇ ਹੈਗੇ ਆ। ਤਾਂ ਹੁਣ ਇਸ ਚੀਜ਼ ਦਾ ਕਾਰਨ ਕੀ ਹੈਗਾ? PCOD ਕਿਉਂ ਹੋ ਰਿਹਾ ਹੈਗਾ? ਇਹ ਹੈਗਾ ਕਾਰਨ ਇਹਦਾ ਇੰਬੈਲੈਂਸਡ ਡਾਈਟ। ਮੈਂ ਸਮਝਾ ਦਿੰਦਾ ਹੈਗਾ। ਪਹਿਲਾਂ ਆਪਾਂ ਜਿਵੇਂ ਡਾਇਬੀਟੀਜ਼ 'ਚ ਵੀ ਸਮਝਾਇਆ ਸੀ ਵੀ ਜਦੋਂ ਵੀ ਆਪਾਂ ਕੁਝ ਵੀ ਖਾਂਦੇ ਹੈਗੇ ਨਾ, ਉਹ ਸਾਡੇ ਮੂੰਹ 'ਚੋਂ ਸਾਡੇ ਪੇਟ 'ਚ ਅੰਤੜੀਆਂ 'ਚ ਜਾਂਦਾ, ਉੱਥੇ ਗਲੂਕੋਜ਼ ਦੇ ਕਣਾਂ ਦੇ ਵਿੱਚ ਟੁੱਟ ਜਾਂਦਾ, ਤੇ ਗਲੂਕੋਜ਼ ਦੇ ਕਣ ਸਾਡੀਆਂ ਨਾੜੀਆਂ ਵਿੱਚ ਦੀ ਹੁੰਦੇ ਹੋਏ ਸੈੱਲਾਂ ਦੇ ਬਾਹਰ ਆ ਕੇ ਖੜ ਜਾਂਦੇ ਨੇ। ਸੈੱਲਾਂ ਦੇ ਅੰਦਰ ਜਾਣ ਲਈ ਉਹਨਾਂ ਨੂੰ ਇੱਕ ਚੀਜ਼ ਦੀ ਲੋੜ ਹੁੰਦੀ ਹੈ, ਇਨਸੂਲਿਨ। ਠੀਕ ਹੈ, ਹੁਣ ਮੰਨ ਲੈਂਦੇ ਹਾਂ ਕਿ ਕਿਸੇ ਫੀਮੇਲ ਦੀ ਡਾਈਟ ਇਸ ਤਰ੍ਹਾਂ ਦੀ ਹੈਗੀ ਜਿਹਦੇ ਕਰਕੇ ਗਲੂਕੋਜ਼ ਦੇ ਕਣ ਹੀ ਬੜੇ ਜ਼ਿਆਦਾ ਬਣ ਰਹੇ ਆ, ਡਾਈਟ 'ਚ ਗੜਬੜ ਹੈਗੀ ਹੈ। ਠੀਕ, ਤਾਂ ਜਿੰਨੇ ਗਲੂਕੋਜ਼ ਦੇ ਜ਼ਿਆਦਾ ਕਣ ਬਣਨਗੇ ਉਨਾ ਇਨਸੂਲਿਨ ਜ਼ਿਆਦਾ ਚਾਹੀਦਾ ਹੋਊਗਾ ਉਹਨੂੰ ਸੈੱਲ ਦੇ ਅੰਦਰ ਪਹੁੰਚਾਉਣ ਦੇ ਲਈ। ਇਸ ਚੀਜ਼ ਨੂੰ ਬੋਲਦੇ ਆ ਹਾਈਪਰ ਇਨਸੂਲਿਨੀਮੀਆ, ਯਾਨੀ ਕਿ ਬੋਡੀ ਦੇ ਵਿੱਚ ਇਨਸੂਲਿਨ ਜ਼ਿਆਦਾ ਹੋਇਆ ਪਿਆ ਹੈਗਾ। ਇਨਸੂਲਿਨ ਦੀ ਬੋਡੀ 'ਚ ਮਾਤਰਾ ਜਿਵੇਂ ਵੱਧ ਗਈ ਹੈ, ਬਿਲਕੁਲ ਸਹੀ ਕਹਿ ਰਹੇ ਹੋ। ਹਾਂਜੀ, ਸੋ ਜੇ ਮਾਤਰਾ ਵੱਧ ਜਾਂਦੀ ਹੈ ਨਾ ਤਾਂ ਇਹਦੇ ਨਾਲ ਇੱਕ ਸਮੱਸਿਆ ਪੈਦਾ ਹੁੰਦੀ ਹੈ, ਉਹ ਮੈਂ ਦੱਸ ਦਿੰਦਾ ਕੀ ਹੈ। ਜਿਹੜੀ ਫੀਮੇਲ ਦਾ ਅੰਡਕੋਸ਼ ਹੈਗਾ, ਇਹ ਇਨਸੂਲਿਨ ਵਧਿਆ ਹੋਇਆ ਜਿਹੜਾ ਉੱਥੇ ਇਫੈਕਟ ਕਰਦਾ, ਤੇ ਉੱਥੇ ਇਹ ਐਸਟ੍ਰੋਜਨ ਦੀ ਜਗ੍ਹਾ ਟੈਸਟੋਸਟਰੋਨ ਜ਼ਿਆਦਾ ਬਣਾਉਣ ਲੱਗ ਜਾਂਦਾ। ਦੇਖੋ, ਆਮ ਤੌਰ ਤੇ ਫੀਮੇਲ ਦੇ ਵਿੱਚ ਐਸਟ੍ਰੋਜਨ ਜ਼ਿਆਦਾ ਹੁੰਦਾ, ਥੋੜਾ ਜਿਹਾ ਟੈਸਟੋਸਟਰੋਨ ਵੀ ਹੁੰਦਾ, ਪਰ ਜੇ ਕੰਮ ਉਲਟਾ ਹੋ ਜੇ, ਠੀਕ ਹੈ, ਟੈਸਟੋਸਟਰੋਨ ਵੱਧ ਰਿਹਾ ਹੈਗਾ ਤੇ ਐਸਟ੍ਰੋਜਨ ਘਟ ਰਿਹਾ ਹੈਗਾ, ਹੈ ਨਾ, ਤਾਂ ਸਮੱਸਿਆਵਾਂ ਪੈਦਾ ਹੋਣਗੀਆਂ। ਹੁਣ ਮੈਂ ਇੱਕ ਉਦਾਹਰਨ ਦੇ ਕੇ ਸਮਝਾਉਣਾ ਹੈਗਾ ਕਿ ਮੰਨ ਲਓ ਇੱਕ ਬੱਚਾ ਉਹ ਸਕੂਲ ਦੇ ਵਿੱਚ ਪੜ੍ਹ ਰਿਹਾ, ਠੀਕ ਹੈ, ਉਹਨੂੰ ਮਾਂ ਦਾ ਪਿਆਰ ਵੀ ਚਾਹੀਦਾ ਹੈਗਾ ਤੇ ਪਿਓ ਦੀ ਥੋੜੀ ਜਿਹੀ ਡਾਂਟ ਵੀ ਚਾਹੀਦੀ ਹੈ, ਝਿੜਕ ਵੀ ਚਾਹੀਦੀ ਹੈਗੀ ਹੈ ਨਾ। ਪਰ ਮੰਨ ਲੈਂਦੇ ਕਿ ਉਹਦਾ ਪਿਓ ਬਹੁਤ ਹੀ ਕੱਬਾ ਤੇ ਬਹੁਤ ਜ਼ਿਆਦਾ ਉਹਨੂੰ ਝਿੜਕਦਾ ਹੈਗਾ, ਉਹਨੂੰ ਪੜ੍ਹਾਈ ਤੋਂ ਡਰ ਲੱਗਣ ਲੱਗ ਜਾਂਦਾ, ਸਕੂਲ ਜਾਣ ਤੋਂ ਡਰ ਲੱਗਣ ਲੱਗ ਜਾਂਦਾ ਵੀ ਯਾਰ ਜੇ ਮੇਰੇ ਨੰਬਰ ਕਿਤੇ ਘੱਟ ਆਏ ਮੇਰੇ ਪਿਓ ਮੈਨੂੰ ਕੁੱਟੂਗਾ, ਤਾਂ ਉਹ ਕਲਾਸਾਂ ਪਾਸ ਨਹੀਂ ਕਰ ਪਾਉਂਦਾ, ਸਕੂਲ 'ਚੋਂ ਪਾਸ ਆਊਟ ਨਹੀਂ ਹੋ ਪਾਉਂਦਾ। ਠੀਕ, ਹੁਣ ਤੁਸੀਂ ਕਹੋਗੇ ਵੀ ਇਹ ਓਵਰੀ ਦੇ ਨਾਲ ਜਿਹੜਾ ਹੈ ਕਿਵੇਂ ਜੁੜਦਾ ਹੈਗਾ? ਦੇਖੋ, ਜਿਹੜੀ ਫੀਮੇਲ ਦੀ ਓਵਰੀ ਅੰਡਕੋਸ਼ ਹੈ ਉਹਦੇ ਵਿੱਚੋਂ ਜਿਹੜਾ ਐਗ ਉਹ ਸਿੱਧਾ ਇਹ ਨਹੀਂ ਬਾਹਰ ਨਿਕਲ ਜਾਂਦਾ, ਉਹਦੀ ਵੀ ਡਿਵੈਲਪਮੈਂਟ ਹੁੰਦੀ ਹੈ, ਹੈ ਨਾ। ਪਹਿਲੀ ਕਲਾਸ ਪ੍ਰਾਇਮਰੀ ਫੋਲੀਕਲ, ਸੈਕੰਡਰੀ ਫੋਲੀਕਲ, ਤੇ ਉਹਦੀ ਡਿਵੈਲਪਮੈਂਟ ਦੇ ਲਈ ਨਾ ਜਿਹੜਾ ਐਸਟ੍ਰੋਜਨ ਤੇ ਹੋਰ ਹਾਰਮੋਨਸ ਹੈਗੇ ਆ ਉਹਨਾਂ ਦਾ ਸਹੀ ਬੈਲੈਂਸ ਚਾਹੀਦਾ। ਪਰ ਜਦੋਂ ਟੈਸਟੋਸਟਰੋਨ ਵੱਧ ਗਿਆ, ਮੈਂ ਦੱਸਿਆ ਵੀ ਹਾਈਪਰ ਇਨਸੂਲਿਨੀਮੀਆ ਕਰਕੇ, ਇਨਸੂਲਿਨ ਵਧਣ ਕਰਕੇ, ਤਾਂ ਜੇ ਟੈਸਟੋਸਟਰੋਨ ਵੱਧ ਗਿਆ ਉਹ ਉੱਥੇ ਅੜਿੱਕਾ ਲਾ ਦਿੰਦਾ। ਜਿਵੇਂ ਪਿਓ ਉਹਨੂੰ ਝਿੜਕਦਾ ਹੈਗਾ ਤਾਂ ਸਕੂਲ ਪਾਸ ਆਊਟ ਨਹੀਂ ਕਰ ਪਾਉਂਦਾ, ਬਾਹਰ ਨਹੀਂ ਨਿਕਲ ਪਾਉਂਦਾ, ਸਕੂਲ 'ਚ ਪਾਸ ਹੋ ਕੇ ਉੱਥੇ ਜਿਵੇਂ ਪੁਰਾਣੀ ਕਲਾਸ 'ਚ ਉਹ ਪੇਪਰ ਦੇਈ ਜਾਂਦਾ, ਉਹਦੇ ਪੇਪਰ ਚੈੱਕ ਹੋਈ ਜਾਂਦੇ, ਫੇਲ ਹੋਈ ਜਾਂਦਾ, ਉੱਥੇ ਹੀ ਰਹੀ ਜਾਂਦਾ। ਸੋ ਹਰ ਮਹੀਨੇ ਜਿਹੜਾ ਐਗ ਬਾਹਰ ਨਿਕਲਣਾ ਹੁੰਦਾ ਹੈਗਾ ਅੰਡਕੋਸ਼ ਦੇ ਵਿੱਚੋਂ, ਓਵਰੀ ਦੇ ਵਿੱਚੋਂ, ਉਹ ਅੰਦਰ ਟਰੈਪ ਰਹਿ ਜਾਂਦੇ ਆ, ਤੇ ਜਿੰਨੇ ਮਹੀਨੇ ਨਿਕਲ ਜਾਂਦੇ ਆ ਉਨੀ ਉਹ ਅੰਦਰ ਟਰੈਪ ਰਹੀ ਜਾਂਦੇ ਆ, ਜਿਹੜੀਆਂ ਪਾਣੀਆਂ ਦੀਆਂ ਗੰਢਾਂ ਦੇ ਰੂਪ ਦੇ ਵਿੱਚ ਅਲਟਰਾਸਾਊਂਡ ਦੇ ਵਿੱਚ ਸਾਨੂੰ ਦਿਖਦੇ ਹੈਗੇ ਆ। ਸੋ ਦੇਖੋ, ਐਗ ਬਾਹਰ ਨਹੀਂ ਨਿਕਲ ਰਿਹਾ ਹੈਗਾ, ਪੀਰੀਅਡ ਨਹੀਂ ਆਉਂਦੇ ਹੈਗੇ, ਤਾਂ ਪ੍ਰੈਗਨੈਂਸੀ ਫਿਰ ਕਿੱਥੋਂ ਆਉਣੀ ਹੈ? ਤਾਂ ਇਸੇ ਕਰਕੇ ਮੈਂ ਕਹਿ ਰਿਹਾ ਕਿ PCOD ਇੱਕ ਬਹੁਤ ਵੱਡਾ ਕਾਰਨ ਮੰਨਿਆ ਜਾ ਰਿਹਾ ਇੰਡੀਆ ਦੇ ਵਿੱਚ, ਜਿਵੇਂ ਫੀਮੇਲਸ ਪ੍ਰੈਗਨੈਂਟ ਨਹੀਂ ਹੋ ਪਾ ਰਹੀਆਂ ਹੈਗੀਆਂ। ਤੁਸੀਂ ਬਹੁਤ ਹੀ ਜ਼ਿਆਦਾ ਬਿਊਟੀਫੁਲੀ ਐਕਸਪਲੇਨ ਕੀਤਾ ਕਿ ਮਤਲਬ ਪਿਓ ਦੀ ਝਿੜਕ ਤੇ ਮਾਂ ਦਾ ਪਿਆਰ। ਤੁਸੀਂ PCOD ਦੇ ਬਾਰੇ ਦੱਸਿਆ, ਪਰ ਅੱਜ ਕੱਲ ਆਪਾਂ ਕਈ ਥਾਵਾਂ ਤੇ PCOS ਵੀ ਲਿਖਿਆ ਦੇਖਦੇ ਹਾਂ, ਕੀ ਇਹ ਦੋਨੇ ਚੀਜ਼ਾਂ ਸੇਮ ਨੇ? ਨਹੀਂ, ਸੇਮ ਨਹੀਂ ਆ, ਫਰਕ ਹੈਗਾ। ਹੁਣ PCOD ਦਾ ਮੈਂ ਦੱਸ ਦਿੱਤਾ, ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼, ਤੇ ਇਹ ਹੈਗਾ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ। ਦੇਖੋ, ਜਦੋਂ ਸਿੰਡਰੋਮ ਸ਼ਬਦ ਆ ਜਾਂਦਾ ਇਹਦਾ ਮਤਲਬ ਹੈ ਵੀ ਲੱਛਣ ਆ ਰਹੇ ਹੈਗੇ ਆ ਕੁਛ, ਠੀਕ ਹੈ। ਤਾਂ ਪਾਣੀ ਦੀਆਂ ਗੰਢਾਂ ਹੋਣ ਦੇ ਨਾਲ ਅੰਡਕੋਸ਼ ਦੇ ਵਿੱਚ
ਮੈਂ ਦੱਸਿਆ ਸੀ ਨਾ ਹੁਣੇ ਵੀ ਟੈਸਟੋਸਟੈਰੋਨ ਵੱਧ ਜਾਂਦਾ, ਤਾਂ ਟੈਸਟੋਸਟੈਰੋਨ ਹੋਰ ਬੜੇ ਅਸਰ ਪੈਦਾ ਕਰਦਾ ਹੈਗਾ ਫੀਮੇਲ ਦੇ ਵਿੱਚ ਕਿ ਉਹ ਕਿਹੜੇ ਲੱਛਣ ਨੇ। ਟੈਸਟੋਸਟੈਰੋਨ ਜੇ ਵੱਧ ਜੇ ਤਾਂ ਫੀਮੇਲ ਦੇ ਵਿੱਚ ਐਕਨੀ ਹੋ ਜਾਂਦੇ, ਐਕਨੀ ਮਤਲਬ ਜਿਹੜੇ ਪਿੰਪਲਸ ਹੋਣ ਲੱਗ ਜਾਂਦੇ, ਖਾਸ ਕਰਕੇ ਫੇਸ ਤੇ, ਜੌ ਲਾਈਨ ਦੇ ਉੱਪਰ ਨਜ਼ਰ ਆਉਂਦੇ ਆ, ਮੋਟੇ, ਹਾਂਜੀ ਬਿਲਕੁਲ ਮੋਟੇ ਵਾਲ ਆਉਣ ਲੱਗ ਜਾਂਦੇ ਹੈਗੇ। ਆਮ ਤਾਂ ਦੇਖੋ ਵਾਲ ਤਾਂ ਹੁੰਦਾ ਹੀ ਹੈ ਫੀਮੇਲ ਦੇ, ਉਹ ਪਤਾ ਹੀ ਹੈ, ਬਟ ਉਹ ਮੋਟੇ ਹੋਣ ਲੱਗ ਜਾਂਦੇ ਹੈਗੇ, ਠੀਕ ਹੈ। ਇਸ ਤੋਂ ਇਲਾਵਾ ਜਿਹੜੇ ਪੀਰੀਅਡਸ ਇਰੈਗੂਲਰ ਹੋ ਰਹੇ ਨੇ ਉਹ ਵੀ ਚੀਜ਼ ਹੋ ਸਕਦੀ ਹੈ। ਪਰ ਇੱਥੇ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ, ਜਿਨ੍ਹਾਂ 'ਚ ਮੰਨ ਲਓ ਕੋਈ ਇੱਕ ਲੱਛਣ ਆ ਗਿਆ ਤਾਂ ਉਹਦੇ ਕਰਕੇ ਆਪਾਂ ਇਹ ਨਹੀਂ ਕਹਿੰਦੇ ਵੀ PCOS ਬਣ ਗਿਆ, ਸਿੰਡਰੋਮ ਬਣ ਗਿਆ। ਦੇਖੋ ਇਸ ਤਰ੍ਹਾਂ 3 ਲੱਛਣ ਚਾਹੀਦੇ ਹੈਗੇ ਆ, ਤੇ ਉਹਨਾਂ ਦੇ ਵਿੱਚੋਂ ਜੇ 2 ਹੈਗੇ ਤਾਂ ਆਪਾਂ ਕਹਿੰਦੇ ਕਿ PCOS ਆ। ਉਹ 3 ਲੱਛਣ ਕਿਹੜੇ ਇਹ ਸਮਝਣਾ ਜ਼ਰੂਰੀ ਹੈਗਾ। ਪਹਿਲਾ ਹੈਗਾ ਕਿ ਅੰਡਕੋਸ਼ 'ਚ ਗੰਢਾਂ ਨਜ਼ਰ ਆ ਰਹੀਆਂ ਅਲਟਰਾਸਾਊਂਡ ਤੇ, ਦੂਸਰਾ ਹੈਗਾ ਕਿ ਪੀਰੀਅਡਸ ਰੈਗੂਲਰ ਨਹੀਂ ਹੈਗੇ, ਤੀਸਰਾ ਹੈਗਾ ਕਿ ਹਾਈ ਟੈਸਟੋਸਟੈਰੋਨ ਹਾਰਮੋਨਲ ਇੰਬੈਲੈਂਸ ਕਰਕੇ ਸਿੰਪਟਮਸ ਆ ਰਹੇ ਜਿਹੜੇ ਮੈਂ ਹੁਣੀ ਦੱਸੇ ਹੈਗੇ ਆ, ਵੀ ਐਕਨੀ ਹੋ ਰਹੀ ਹੈ, ਫੇਸ ਤੇ ਹੇਅਰ ਆ ਰਹੇ ਹੈਗੇ, ਠੀਕ। ਸੋ ਜੇ ਇਹਨਾਂ 3 ਤਰ੍ਹਾਂ ਦੇ ਲੱਛਣਾਂ ਚੋਂ 2 ਚੀਜ਼ਾਂ ਨਜ਼ਰ ਆ ਰਹੀਆਂ ਹੈਗੀਆਂ ਫੀਮੇਲ ਦੇ ਵਿੱਚ, ਤਾਂ ਉਦੋਂ ਹੀ ਆਪਾਂ ਕਹਿੰਦੇ ਹਾਂ ਕਿ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਹੋ ਗਿਆ ਹੈ। ਡਾਕਟਰ ਸਾਹਿਬ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਇਹ ਸਮੱਸਿਆ ਤਾਂ ਜੈਨੇਟਿਕ ਹੈ ਤੇ ਆਪਾਂ ਜੈਨੇਟਿਕ ਸਮੱਸਿਆ ਬਾਰੇ ਕੁਝ ਨਹੀਂ ਕਰ ਸਕਦੇ। ਕੀ ਇਹ ਚੀਜ਼ ਸਹੀ ਹੈ? It is the gene which loads the gun, but it is the environment which pulls the trigger. ਕਹਿਣ ਦਾ ਕੀ ਮਤਲਬ ਹੈ ਕਿ ਜੀਨਸ ਠੀਕ ਹੈ, ਅਸੀਂ ਜਦੋਂ ਪੈਦਾ ਹੁੰਦੇ ਸਾਡੇ ਨਾਲ ਹੀ ਆਉਂਦੇ ਹੈਗੇ, ਪਰ ਸਾਡਾ এনवायरमेंट ਕੀ ਹੈਗਾ, ਠੀਕ ਹੈ। ਫੀਮੇਲ ਜਿਹੜੀ ਹੈਗੀ ਆ ਉਹ ਕਿੰਨੇ ਸਟ੍ਰੈਸ 'ਚ, ਉਹਦੀ ਡਾਈਟ ਕਿਸ ਤਰ੍ਹਾਂ ਦੀ ਹੈਗੀ ਆ, ਤੇ ਉਹਦਾ ਵਰਕਆਊਟ ਕਿੰਨਾ ਹੈਗਾ ਕਿੰਨਾ ਕੁ ਨਹੀਂ ਹੈਗਾ ਨਾ, ਐਕਸਰਸਾਈਜ਼ ਕਿੰਨੀ ਕਰਦੇ ਆ। ਸੋ ਇਹ ਸਾਰਾ এনवायरमेंट ਹੈ। ਜੀਨਸ ਤਾਂ ਹੁਣ ਆਪਾਂ ਕੰਟਰੋਲ ਨਹੀਂ ਨਾ ਕਰ ਸਕਦੇ, ਉਹਦਾ ਅਸੀਂ ਬਚਪਨ ਤੋਂ ਸਾਡੇ ਅੰਦਰ ਹੈਗੇ ਆ ਹਰ ਸੈੱਲ ਦੇ। ਪਰ PCOD ਦੇ ਵਿੱਚ ਦੇਖਿਆ ਗਿਆ, ਸਟੱਡੀਜ਼ ਦੱਸਦੀਆਂ ਕਿ 50-60% ਹੀ ਹੈਗਾ ਜਿਹੜਾ ਜੈਨੇਟਿਕ ਹੈ, ਬਾਕੀ ਜੋ ਸਾਡੇ ਕੰਟਰੋਲ 'ਚ ਹੈਗੇ ਆ। ਤੇ ਜੇ ਅਸੀਂ ਉਹਨਾਂ ਨੂੰ ਕੰਟਰੋਲ ਕਰ ਲੈਂਦੇ ਹੈਗੇ ਆ ਤਾਂ PCOS ਵਰਗੀ ਸਮੱਸਿਆ ਨੂੰ ਬੜੇ ਆਰਾਮ ਨਾਲ ਰਿਵਰਸ ਕੀਤਾ ਜਾ ਸਕਦਾ ਹੈਗਾ। ਇੱਥੇ ਇੱਕ ਹੋਰ ਪੁਆਇੰਟ ਹੈਗਾ, ਹੁਣ ਓਬੈਸਿਟੀ ਹੈਗੀ ਹੈ ਨਾ, ਮੋਟਾਪਾ ਹੈਗਾ, ਤੇ ਦੇਖਿਆ ਗਿਆ ਕਿ ਜਿਹੜੇ 40 ਤੋਂ 80% ਤੱਕ ਡਾਟਾ ਅਲੱਗ-ਅਲੱਗ ਦੱਸਦਾ, 40 ਤੋਂ 80% ਤੱਕ ਜਿਹੜੀਆਂ ਫੀਮੇਲ ਜਿਨ੍ਹਾਂ ਨੂੰ ਇਹ ਸਮੱਸਿਆ ਹੈਗੀ ਹੈ PCOS, ਉਹਨਾਂ ਦਾ weight ਨਾਰਮਲ ਤੋਂ ਜ਼ਿਆਦਾ ਹੈਗਾ। ਤੇ ਤੁਸੀਂ ਇਸ ਗੱਲ ਨੂੰ ਨੋਟ ਕਰਿਓ, ਮੋਟਾਪੇ ਦੀ ਸਮੱਸਿਆ ਜਿਹੜੀ ਹੈਗੀ ਆ ਜ਼ਿਆਦਾ ਉਹ ਇਨਸਾਨਾਂ 'ਚ ਜਾਂ ਇਨਸਾਨਾਂ ਵੱਲੋਂ ਪਾਲੇ ਹੋਏ ਜਾਨਵਰਾਂ 'ਚ ਹੈਗੀ ਆ, ਜੰਗਲ ਦੇ ਜਾਨਵਰਾਂ 'ਚ ਨਹੀਂ ਹੈਗੀ। ਇਹਦਾ ਮਤਲਬ ਹੈਗਾ ਕਿ ਸਾਡੇ ਲਾਈਫ ਸਟਾਈਲ ਦੇ ਵਿੱਚ ਕੁਝ ਅਜਿਹਾ ਹੈਗਾ, ਕੁਝ ਅਜਿਹਾ ਡਿਫਰੈਂਟ ਹੈ ਜਿਹੜਾ ਕਿ ਜਾਨਵਰ ਨਹੀਂ ਕਰਦੇ ਤੇ ਸਾਡੇ ਕੰਟਰੋਲ 'ਚ ਹੈ। ਕਿਉਂਕਿ ਮੋਟਾਪੇ ਦੀ ਸਮੱਸਿਆ ਵੀ ਤਾਂ ਪਿਛਲੇ 30-40 ਸਾਲਾਂ 'ਚ ਹੀ ਜ਼ਿਆਦਾ ਹੋਈ ਹੈ ਨਾ, ਤਾਂ PCOD ਵੀ ਉਹਦੇ ਨਾਲ ਲਿੰਕਡ ਹੈਗੀ ਆ। ਸੋ ਕਹਿਣ ਦਾ ਕੀ ਮਤਲਬ ਹੈ, ਜੈਨੇਟਿਕ ਹੋਊਗਾ ਉਹਨੂੰ ਛੱਡੋ, ਉਹ ਕੰਟਰੋਲ ਨਹੀਂ ਕਰ ਸਕਦੇ, ਉਹ ਬਾਨੇਬਾਜ਼ੀ ਆਪਾਂ ਛੱਡ ਦਈਏ। ਮੈਂ ਉਹਨੂੰ ਬਾਨੇਬਾਜ਼ੀ ਹੀ ਕਹਾਂਗਾ। ਜਿਹੜੀ ਚੀਜ਼ ਸਾਡੇ ਕੰਟਰੋਲ 'ਚ ਹੈਗੀ ਹੈ, ਲਾਈਫ ਸਟਾਈਲ ਹੈ, ਡਾਈਟ ਹੈ ਸਾਡੀ, ਫਿਜ਼ੀਕਲ ਵਰਕਆਊਟ ਹੈਗਾ, ਠੀਕ, ਉਹਨੂੰ ਠੀਕ ਕਰਕੇ ਬਹੁਤ ਕੁਝ ਬਦਲਿਆ ਜਾ ਸਕਦਾ। ਤੇ ਪ੍ਰੂਵਨ ਹੈਗਾ ਕਿ ਜੇ ਤੁਹਾਡਾ 5 ਤੋਂ 10% ਫੈਟ ਵੀ ਕਿਸੇ ਫੀਮੇਲ ਦਾ ਜਿਹਨੂੰ PCOD ਹੈ, ਜੇ ਉਹ ਘਟ ਜਾਂਦਾ ਹੈਗਾ ਤਾਂ ਉਹਦੇ ਪੀਰੀਅਡ ਰੈਗੂਲਰ ਹੋਣ ਲੱਗ ਜਾਂਦੇ ਹੈਗੇ। ਮੈਂ ਤੁਹਾਨੂੰ ਇੱਥੇ ਇੱਕ ਐਗਜ਼ਾਮਪਲ ਦਿੰਦੀ ਹਾਂ ਕਿ ਮੇਰੀ ਇੱਕ ਫਰੈਂਡ ਸੀਗੀ ਤੇ ਉਹਦੇ ਪੀਰੀਅਡਸ ਕਾਫੀ ਰੈਗੂਲਰ ਸੀਗੇ, ਕਦੇ ਉਹਨੂੰ 1.5 ਮਹੀਨੇ ਬਾਅਦ, 2 ਮਹੀਨੇ ਬਾਅਦ, ਇਨਫੈਕਟ 3 ਮਹੀਨੇ ਬਾਅਦ ਵੀ ਆਉਂਦੇ ਸੀ। ਉਹਨੂੰ ਜਦੋਂ ਮੈਂ ਡਾਈਟ ਤੇ ਐਕਸਰਸਾਈਜ਼ ਕਰਨ ਦੀ ਸਲਾਹ ਦਿੱਤੀ, ਉਹਨੇ ਸਾਰੀਆਂ ਚੀਜ਼ਾਂ ਫੋਲੋ ਕਰਨੀਆਂ ਸ਼ੁਰੂ ਕੀਤੀਆਂ ਐਂਡ ਹੁਣ ਉਹਦੇ ਪੀਰੀਅਡਸ ਬਿਲਕੁਲ ਰੈਗੂਲਰ ਨੇ। ਬਿਲਕੁਲ ਪ੍ਰੂਵਨ ਹੈ, ਉਹੀ ਗੱਲ ਦੱਸ ਰਹੇ ਵੀ ਇਹ ਸਟੱਡੀਜ਼ ਵੀ ਇਹੀ ਦੱਸਦੇ ਆ, ਤੇ ਤੁਸੀਂ ਐਕਸਪੀਰੀਅੰਸ ਆਪਣਾ ਜਿਹੜਾ ਦੱਸਿਆ ਹੈਗਾ ਆਪਣੇ ਕਰਨ ਦੇ ਨਾਲ, ਉਹ ਵੀ ਇਹੀ ਚੀਜ਼ ਪ੍ਰੂਵ ਕਰ ਰਹੇ। ਬਿਲਕੁਲ। ਤੇ ਇਸ PCOD ਦੀ ਸਮੱਸਿਆ ਨੂੰ ਠੀਕ ਕਰਨ ਦੇ ਲਈ ਮੈਂ ਕਿੰਨੀਆਂ ਥਾਵਾਂ ਤੋਂ ਸੁਣਿਆ ਕਿ ਵੱਖ-ਵੱਖ ਕਿਸਮ ਦੀਆਂ ਡਾਈਟਸ ਨੇ। ਸੋ ਮੈਂ ਤੁਹਾਨੂੰ ਹੁਣ ਇੱਕ ਰੈਪਿਡ ਫਾਇਰ ਰਾਊਂਡ ਵੱਲ ਲੈ ਕੇ ਜਾ ਰਹੀ ਹਾਂ। ਮੈਂ ਤੁਹਾਨੂੰ ਡਾਈਟ ਦਾ ਨਾਮ ਦੱਸੂਗੀ ਤੇ ਤੁਸੀਂ ਅੱਗੇ ਜਵਾਬ ਦੇਣੇ ਉਹਦੇ ਰਿਲੇਟਡ। ਪਹਿਲੀ ਹੈਗੀ ਲੋ ਕਾਰਬ ਡਾਈਟ। ਦੇਖੋ ਜੇ ਲੋ ਕਾਰਬ ਹੋ ਗਈ ਹੈ ਤਾਂ ਜ਼ਰੂਰੀ ਨਹੀਂ ਕਿ ਟੋਟਲ ਕੈਲਰੀਜ਼ ਡਾਈਟ ਘੱਟ ਹੀ ਆ ਰਹੀਆਂ ਹੋਣਗੀਆਂ, ਤਾਂ ਲੋ ਕਾਰਬ ਕਰਨ ਦੇ ਨਾਲ PCOD ਠੀਕ ਹੋ ਜਾਊਗਾ, ਇਹ ਜ਼ਰੂਰੀ ਨਹੀਂ ਹੈਗਾ। ਗਲੂਟਨ ਫ੍ਰੀ ਡਾਈਟ। ਦੇਖੋ ਗਲੂਟਨ ਨੂੰ ਨਾ ਇੱਕ ਨੈਸ਼ੀ ਮੰਨਿਆ ਜਾਂਦਾ ਵੀ ਗਲੂਟਨ ਜਿਹੜਾ ਹੈਗਾ ਡਾਈਟ ਉਹੀ ਸਾਰੀਆਂ ਸਮੱਸਿਆਵਾਂ ਬਿਮਾਰੀਆਂ ਪੈਦਾ ਕਰ ਰਿਹਾ ਹੈ ਨਾ। ਮੈਂ ਸਾਰਾ ਹੁਣੀ ਕਹਾਣੀ ਤੁਹਾਨੂੰ ਸੁਣਾਈ ਹੈ ਵੀ ਹਾਈਪਰ ਇਨਸੂਲਿਨੀਮੀਆ, ਇਨਸੂਲਿਨ ਵਧਿਆ ਹੋਇਆ ਹੈਗਾ। ਗਲੂਟਨ ਛੱਡਣ ਦੇ ਨਾਲ ਮੈਨੂੰ ਸਮਝਾਓ ਕਿ ਇਨਸੂਲਿਨ ਦੇ ਉੱਪਰ ਕੀ ਅਸਰ ਹੋਣਾ। ਸੋ ਗਲੂਟਨ ਫ੍ਰੀ ਡਾਈਟ ਦੇ ਨਾਲ ਕਿ PCOD ਨਹੀਂ ਠੀਕ ਹੋਣ ਲੱਗਿਆ। ਲੋ ਫੈਟ ਡਾਈਟ। ਹੁਣ ਫੈਟ ਘੱਟ ਸਕਦਾ, ਇੱਥੋਂ ਤਾਂ ਸਿੱਧਾ ਹੀ ਹੈ ਵੀ ਕਾਰਬ ਜ਼ਿਆਦਾ ਆ ਗਏ। ਦੇਖੋ ਕਾਰਬ ਦੀ ਗੱਲ ਨਹੀਂ, ਟੋਟਲ ਕੈਲਰੀਜ਼ ਜ਼ਿਆਦਾ ਆ ਰਹੀਆਂ ਹੈਗੀਆਂ, ਰਾਈਟ। ਸੋ ਫੈਟ ਆਪਾਂ ਛੱਡ ਵੀ ਦਿੰਦੇ ਹਾਂ ਤਾਂ ਕਾਰਬ ਜੇ ਜ਼ਿਆਦਾ ਆ ਰਹੇ ਹੈਗੇ, ਕੈਲਰੀ ਜ਼ਿਆਦਾ ਆ ਰਹੀਆਂ ਹੈਗੀਆਂ, ਤਾਂ ਫਿਰ ਵੀ PCOD ਨਹੀਂ ਠੀਕ ਹੋਣ ਵਾਲਾ ਜੇ ਟੋਟਲ ਡਾਈਟ ਬੈਲੈਂਸਡ ਨਹੀਂ ਹੈਗੀ। ਨੋ ਸੋਇਆ ਡਾਈਟ। ਸੋਇਆ ਨੂੰ ਵੀ ਗਲੂਟਨ ਦੇ ਵਾਂਗ ਮੰਨਿਆ ਜਾਂਦਾ ਕਿ ਇਹ 'ਚ ਹਾਰਮੋਨ ਹੁੰਦੇ ਆ, ਹਾਰਮੋਨ ਖਰਾਬ ਹੋ ਜਾਂਦੇ। ਕਿਹੜੇ ਹਾਰਮੋਨ ਖਰਾਬ ਹੁੰਦੇ ਆ, ਠੀਕ ਹੈ। ਨਾਲੇ ਜਿਹੜੇ ਤੁਸੀਂ ਪ੍ਰੋਡਕਟ ਖਾ ਰਹੇ ਹੈਗੇ ਕਿ ਉਹਦੇ ਵਿੱਚ ਵਾਕਈ ਐਸਟ੍ਰੋਜਨ ਉਹਨਾਂ ਬਚਿਆ, ਜਿਹੜਾ ਪਲਾਂਟ ਐਸਟ੍ਰੋਜਨ ਇਹ ਸੋਇਆਬੀਨ ਦੇ ਵਿੱਚ ਕਹਿੰਦੇ ਹੈਗੇ ਆ। ਇੱਥੇ ਹਾਰਮੋਨ ਕਿਹੜਾ ਇਫੈਕਟ ਹੋ ਰਿਹਾ, ਇਨਸੂਲਿਨ ਹੋ ਰਿਹਾ। ਇਨਸੂਲਿਨ ਦੇ ਉੱਪਰ ਸੋਇਆਬੀਨ ਦਾ ਕੋਈ ਰਿਲੇਸ਼ਨ ਨਹੀਂ ਹੈ। ਪਿਛਲੇ 40 ਸਾਲ ਤੋਂ ਇਸ 'ਤੇ ਸਟੱਡੀਜ਼ ਹੋ ਰਹੀਆਂ। ਲਿਮਿਟਡ ਅਮਾਊਂਟ ਦੇ ਵਿੱਚ ਸੋਇਆਬੀਨ ਜਿਹੜੀ ਹੈਗੀ ਕੋਈ ਨੁਕਸਾਨ ਨਹੀਂ ਕਰਦੀ ਹੈਗੀ, ਤੇ ਨਾ ਹੀ ਇਹਦਾ PCOD ਕਰਨ ਦੇ ਵਿੱਚ ਕੋਈ ਰੋਲ ਹੈ। ਆਰਗੈਨਿਕ ਡਾਈਟ। ਹੁਣ ਆਰਗੈਨਿਕ ਦੇ ਵਿੱਚ ਠੀਕ ਹੈ ਵੀ ਅਸੀਂ ਪੈਸਟੀਸਾਈਡ ਨਹੀਂ ਯੂਜ਼ ਕਰ ਰਹੇ ਹੈਗੇ। ਹੁਣ ਪੈਸਟੀਸਾਈਡ ਯੂਜ਼ ਕਰਨਾ ਕੈਂਸਰ ਹੋ ਸਕਦਾ ਹੈਗਾ, ਪਰ ਆਪਾਂ ਕਹਿ ਦਈਏ ਕਿ ਉਹਦੇ ਨਾਲ PCOD ਹੋ ਜਾਊਗਾ, ਹੈ ਨਾ। ਫਿਰ ਮੈਂ ਸਾਰੀ ਕਹਾਣੀ ਸਮਝਾਈ, ਉਹਦੇ ਵਿੱਚ ਕੋਈ ਵੀ ਇਹੋ ਜਿਹਾ ਲਿੰਕ ਨਹੀਂ ਆਇਆ ਹੈਗਾ। ਅੱਜ ਕੱਲ੍ਹ ਇੱਕ ਹੋਰ ਚੀਜ਼ ਕਹਿੰਦੇ ਕਲੀਨ ਈਟ ਕਰੋ, ਮਤਲਬ ਕਲੀਨ ਈਟਿੰਗ ਹੋਣੀ ਚਾਹੀਦੀ ਹੈ ਤੁਹਾਡੀ। ਕਲੀਨ ਈਟਿੰਗ ਮਤਲਬ ਇਹ ਹੈ ਕਿ ਬਾਹਰਲਾ ਅਸੀਂ ਕੁਛ ਨਹੀਂ ਖਾਣਾ, ਕੋਈ ਸ਼ੂਗਰ ਨਹੀਂ ਖਾਣੀ, ਕੋਈ ਫੈਟ ਨਹੀਂ ਖਾਣਾ, ਹਾਈ ਫੈਟ ਹੈ ਨਾ, ਟਰਾਂਸ ਫੈਟ ਨਹੀਂ ਖਾਣਾ, ਜਾਂ ਬਾਹਰੋਂ ਨਹੀਂ ਖਾਣਾ, ਹੈ ਨਾ, ਫਾਸਟ ਫੂਡ ਚੇਨਸ ਤੋਂ। ਠੀਕ ਹੈ, ਬਾਹਰਲਾ ਖਾਣਾ ਘਟਾਉਣਾ ਚਾਹੀਦਾ, ਉਹ ਚੰਗੀ ਗੱਲ ਹੈਗੀ ਹੈ। ਪਰ ਆਪਾਂ ਕਹਿ ਦਈਏ ਕਿ ਸਿਰਫ ਕਲੀਨ ਈਟਿੰਗ ਕਰ ਲਓ, ਸਾਰਾ ਕੁਛ ਘਰ ਦਾ ਖਾ ਲਓ,
ਤੇ ਉਹਦੇ ਨਾਲ ਜਿਹੜਾ ਹੈ PCOD ਠੀਕ ਹੋ ਜਾਊਗਾ। ਇਹ ਵੀ ਕੋਈ ਜ਼ਰੂਰੀ ਨਹੀਂ ਹੈਗਾ, ਬਿਕੋਜ਼ ਟੋਟਲ ਡਾਈਟ ਦੇ ਵਿੱਚ ਮੈਕਰੋ ਜਿਹੜੇ ਉਹ ਕੈਲਕੂਲੇਟ ਨਹੀਂ ਕੀਤੇ ਹੁੰਦੇ ਜੀ। ਦੁੱਧ ਦਹੀਂ ਮੱਖਣ ਬੰਦ। ਇਹ ਵੀ ਇੱਦਾਂ ਕਿਹਾ ਜਾਂਦਾ ਵੀ ਹੁਣ ਗਲੂਟਨ ਨਾ ਖਾਓ, ਸੋਇਆਬੀਨ ਨਾ ਖਾਓ, ਡੇਅਰੀ ਬੰਦ ਕਰ ਦਿਓ, ਉਹ 'ਚ ਵੀ ਹਾਰਮੋਨਸ ਹੁੰਦੇ ਆ। ਕੋਈ ਵੀ ਇਹੀ ਕਲੀਨਿਕਲ ਸਟੱਡੀ ਨਹੀਂ ਜਿਹਦੇ 'ਚ ਪ੍ਰੂਵ ਹੋਇਆ ਹੋਵੇ ਕਿ ਜੇ ਉਹ ਇੰਜੈਕਸ਼ਨ ਲਾ ਵੀ ਰਹੇ ਆ ਗਾਵਾਂ ਮੱਝਾਂ ਦੀ ਤਾਂ ਉਹਦੇ ਨਾਲ ਦੁੱਧ ਦੇ ਵਿੱਚ ਵੜ ਜਾਂਦਾ, ਤੇ ਉਹ ਵੀ ਮੂੰਹ ਰਾਹੀਂ ਸਾਡੇ ਪੇਟ 'ਚ ਜਾਂਦਾ। ਪੇਟ ਤੋਂ ਮਤਲਬ ਤੁਹਾਨੂੰ ਲੱਗਦਾ ਵੀ ਐਸਿਡ ਛੱਡੂਗਾ ਉੱਥੇ, ਹਾਰਮੋਨ ਉਹ ਤੋੜ ਦਿੰਦਾ ਹੈਗਾ, ਤਾਂ ਕਿੰਨੀ ਉਹਦੀ ਅਬਜ਼ੌਰਪਸ਼ਨ ਹੁੰਦੀ ਹੈ। ਜਾਂ ਫਿਰ ਡੇਅਰੀ ਛੱਡ ਕੇ ਕਿੰਨਾ ਕਦਾ PCOD ਠੀਕ ਹੋਇਆ। ਫਿਰ ਗੱਲ ਉੱਥੇ ਆ ਜਾਂਦੀ ਹੈ ਹਾਰਮੋਨ ਇੰਬੈਲੈਂਸ ਦਾ ਇੱਕ ਕਾਮਨ ਸ਼ਬਦ ਹੈ। ਲੋਕੀ ਸੋਚ ਲੈਂਦੇ ਕਿ ਵੀ ਬਸ ਹਾਰਮੋਨ ਜਿੱਥੇ ਆ ਗਿਆ ਉਹ PCOD ਨੂੰ ਪੰਗਾ ਪਾਊਗਾ। ਇਹ ਬਿਲਕੁਲ ਸਰਾਸਰ ਝੂਠ ਹੈਗਾ। ਡੇਅਰੀ ਨਾਲ ਤਾਂ ਬਹੁਤ ਵਧੀਆ ਵਧੀਆ ਪ੍ਰੋਡਕਟ ਮਿਲਦੇ ਆ। ਸੋ ਡੇਅਰੀ ਛੱਡਣ ਦੇ ਨਾਲ ਵੀ ਆਪਾਂ ਕਹਿੰਦੇ ਵੀ PCOD ਠੀਕ ਹੋ ਜਾਊਗਾ, ਇੱਦਾਂ ਨਹੀਂ ਹੈਗਾ। ਤੇ ਡੇਅਰੀ ਛੱਡਣ ਦੀ ਲੋੜ ਵੀ ਨਹੀਂ ਹੈਗੀ। ਹਾਰਮੋਨਲ ਪਿਲਸ ਲੈਣ ਨਾਲ ਹੁਣ ਮੰਨ ਲੈਂਦੇ ਕਿ ਬੰਦੇ ਲੱਤ ਤੇ ਸੱਟ ਵੱਜ ਜਾਂਦੀ, ਉਹ ਲੰਗ ਮਾਰ ਰਿਹਾ, ਆਪਾਂ ਉਹਨੂੰ ਕਹਿੰਦੇ ਵੀ ਤੂੰ ਆ ਖੂੰਡੀ ਲੈ ਲੈ, ਇਹਦੇ ਨਾਲ ਚੱਲ ਪੈ। ਹੁਣ ਤੁਸੀਂ ਮੈਨੂੰ ਗੱਲ ਦੱਸੋ ਕਿ ਖੂੰਡੀ ਫੜਾਉਣ ਨਾਲ ਉਹਦੀ ਜਿਹੜੀ ਲੱਤ ਹੈ ਉਹ ਠੀਕ ਹੋਈ ਹੈ, ਉਹਦਾ ਇਲਾਜ ਕਰਾਉਣ ਦੀ ਲੋੜ ਹੈ, ਕੀ ਦਿੱਕਤ ਹੈ? ਫਿਰ ਹੁਣ ਐਕਸਰੇ ਕਰਾ ਕੇ ਜੇ ਪਲਸਤਰ ਲਾਉਣਾ ਪਲਸਤਰ ਲਾਓ, ਤੇ ਮਤਲਬ ਪਰਮਾਨੈਂਟ ਹੱਲ ਚਾਹੀਦਾ। ਹਾਰਮੋਨਸ ਤਾਂ ਆਪਾਂ ਧੱਕੇ ਦੇ ਨਾਲ ਬਾਹਰੋਂ ਦਵਾਈਆਂ ਦੇ ਕੇ ਪੀਰੀਅਡ ਨੂੰ ਧੱਕੇ ਨਾਲ ਰੈਗੂਲਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਉਹਦਾ ਅੰਡਰਲਾਈਨ ਕਾਜ਼ ਕੀ ਹੈ? ਇਨਸੂਲਿਨ ਵਧਿਆ ਹੋਇਆ, ਉਹਨੂੰ ਠੀਕ ਕਰਨ ਦੀ ਲੋੜ ਹੈ। ਦਵਾਈਆਂ ਨਾਲ ਪਰਮਾਨੈਂਟ ਸੋਲੂਸ਼ਨ ਨਹੀਂ ਮਿਲ ਸਕਦਾ। ਫਿਰ ਮੈਟਫੋਰਮਿਨ ਤੇ ਮਾਇਨਿਸਟੋਲ ਵਰਗੀਆਂ ਦਵਾਈਆਂ ਜਿਹੜੀਆਂ ਡਾਕਟਰਸ ਪ੍ਰਿਸਕ੍ਰਾਈਬ ਕਰ ਰਹੇ ਉਹਨਾਂ ਦਾ ਕਿੰਨਾ ਰੋਲ ਹੈ? ਦੇਖੋ, ਮੈਟਫੋਰਮਿਨ ਡੈਫੀਨੇਟਲੀ ਇਨਸੂਲਿਨ ਰੈਜ਼ਿਸਟੈਂਸ ਕਹਿ ਲਓ, ਹੈ ਨਾ, ਉਹਨੂੰ ਥੋੜਾ ਜਿਹਾ ਕੰਟਰੋਲ ਕਰਦੀ ਹੈਗੀ ਹੈ। ਮਾਇਓਇਨੋਸਾਈਡੋਲ ਵੀ ਯੂਜ਼ ਕੀਤੀ ਜਾਂਦੀ ਹੈਗੀ ਆ, ਬਟ ਮੈਂ ਫਿਰ ਉਹੀ ਗੱਲ ਕਰ ਰਿਹਾ ਵੀ ਇਹ ਪ੍ਰੂਵਨ ਹੈਗਾ ਕਲੀਨਿਕਲ ਰਿਸਰਚ ਦੇ ਵਿੱਚ ਕਿ ਜੇ ਤੁਸੀਂ ਡਾਈਟ, ਲਾਈਫ ਸਟਾਈਲ ਐਂਡ ਐਕਸਰਸਾਈਜ਼ ਦੇ ਕੰਮ ਕਰਦੇ ਹੋ, ਉਹਦਾ ਇਫੈਕਟ ਜਿਹੜਾ ਹੈਗਾ ਉਹ ਦੁੱਗਣਾ ਤਿੱਗਣਾ ਹੈਗਾ ਐਜ਼ ਕੰਪੇਅਰ ਟੂ ਮੈਟਫੋਰਮਿਨ ਜਾਂ ਉਹ। ਕਿਉਂਕਿ ਫਿਰ ਆਪਾਂ ਅੰਡਰਲਾਈਨ ਕਾਜ਼ ਹੈ ਜਿਹੜਾ ਉਹਨੂੰ ਠੀਕ ਕਰਨਾ, ਜੜ ਤੋਂ ਹੱਲ ਕਰਨਾ, ਨਾ ਕਿ ਉੱਤੋਂ ਸਿੰਪਟੋਮੈਟਿਕ ਟਰੀਟ ਕਰਨਾ। ਠੀਕ ਹੈ, ਉੱਤੋਂ ਮੱਲਮ ਲਾਉਣ ਨਾਲ ਕੋਈ ਗੱਲ ਨਹੀਂ ਬਣਨੀ। ਕ੍ਰੈਸ਼ ਡਾਈਟ ਕਰਨਾ ਅਕਸਰ ਹੀ ਫਰਜ਼ੀ ਖੁਰਾਕ ਉਸਤਾਦ ਕ੍ਰੈਸ਼ ਡਾਈਟਸ ਇਹ ਨਹੀਂ ਦਿੰਦੇ ਵੀ ਤੁਹਾਡਾ weight ਘਟਾ ਦੇਵਾਂਗੇ। ਦੇਖੋ, ਮੰਨ ਲਓ ਕਿ ਇੱਕ ਫੀਮੇਲ ਹੈ ਜਿਹੜੀ ਆਲਰੇਡੀ ਪ੍ਰੋਟੀਨ ਬੜਾ ਘੱਟ ਖਾ ਰਹੀ ਹੈ ਡਾਈਟ ਦੇ ਵਿੱਚੋਂ, ਉੱਤੋਂ ਉਹਦੀ ਡਾਈਟ ਆਪਾਂ ਹੋਰ ਘਟਾਤੀ, ਜਿਹੜਾ ਮਾੜਾ ਮੋਟਾ ਉਹਦਾ ਮਸਲ ਮਾਸ ਸੀਗਾ ਉਹ ਵੀ ਖਤਮ ਹੋ ਚੁੱਕਿਆ, ਪਹਿਲਾਂ ਹੀ ਵੀਕ ਸੀ, ਹੋਰ ਜ਼ਿਆਦਾ ਵੀਕਨੈਸ ਆ ਗਈ ਹੈ। ਸੋ ਕ੍ਰੈਸ਼ ਡਾਈਟ ਕਰਨ ਦੇ ਨਾਲ, ਲੋ ਕੈਲੋਰੀ ਡਾਈਟ ਕਰਨ ਦੇ ਨਾਲ ਜਿਹੜੀ ਬੈਲੈਂਸਡ ਨਹੀਂ ਹੈਗੀ, ਉਹਦੇ ਨਾਲ PCOD ਦੀ ਸਮੱਸਿਆ ਵਧੇਗੀ, ਘਟੇਗੀ ਨਹੀਂ। ਮੇਰੇ ਕੋਲ ਇੱਕ ਐਗਜ਼ਾਮਪਲ ਹੈ, ਮੇਰੀ ਇੱਕ ਸਟੂਡੈਂਟ ਸੀਗੀ, ਉਹਨੂੰ PCOD ਸੀ। ਉਹਨੇ ਸੋਚਿਆ ਕਿ ਮੈਂ ਉਹਦਾ weight ਘਟਾਉਣਾ, ਹਾਲਾਂਕਿ ਉਹ ਜ਼ਿਆਦਾ ਓਵਰਵੇਟ ਨਹੀਂ ਸੀ। ਉਹਨੇ ਪੂਰੇ ਦਿਨ 'ਚ ਇੱਕ ਐਪਲ ਖਾਣਾ ਸ਼ੁਰੂ ਕਰਤਾ, weight ਉਹਦਾ ਬਹੁਤ ਘਟ ਗਿਆ, PCOD ਫਿਰ ਵੀ ਠੀਕ ਨਹੀਂ। ਸਿਰਫ ਇੱਕ ਐਪਲ? ਸਿਰਫ ਇੱਕ ਐਪਲ, ਯੈਸ। ਐਂਡ ਗਰਲਸ ਡੂ ਦਿਸ। ਤਾਂ ਮੈਂ ਉਹੀ ਗੱਲ ਕਹਿਣਾ ਚਾਹੁੰਦਾ ਵੀ ਡਾਈਟ ਬੈਲੈਂਸ ਕਰਨ ਦੀ ਲੋੜ ਹੁੰਦੀ ਹੈ, ਨਾ ਕਿ ਕਿਸੇ ਨਵੀਂ ਫੈਟ ਡਾਈਟ ਜਿਹੜੀ ਆਪਾਂ ਇੰਸਟਾਗ੍ਰਾਮ ਜਾਂ YouTube ਤੋਂ ਦੇਖਦੇ ਨੇ ਉਹਦੇ ਮਗਰ ਲੱਗਣ ਦੀ। ਤੇ ਰਨਿੰਗ ਕਰਨ ਦਾ ਵੀ ਕੋਈ ਇਫੈਕਟ ਹੁੰਦਾ ਇਹਦੇ ਤੋਂ? ਜੇਕਰ ਅਸੀਂ ਡਾਈਟ 'ਤੇ ਧਿਆਨ ਨਹੀਂ ਦਿੰਦੇ, ਕੱਲੀ ਰਨਿੰਗ ਕਰਦੇ ਹਾਂ ਜਾਂ ਕੱਲੀ ਕਾਰਡੀਓ ਕਰਦੇ ਹਾਂ, ਤਾਂ ਅਗੇਨ ਇਹਦੇ ਨਾਲ ਤੁਹਾਡੀ ਬੋਡੀ ਦੇ ਵਿੱਚੋਂ ਫੈਟ ਦੇ ਨਾਲ ਨਾਲ ਮਸਲ ਵੀ ਜਾ ਸਕਦਾ, ਤਾਂ ਪ੍ਰੋਬਲਮ ਵਰਸ ਹੋ ਸਕਦੀ ਹੈ, ਹੋ ਸਕਦਾ ਸੋਲੂਸ਼ਨ ਨਾ ਹੋਵੇ। ਇੱਥੇ ਮੈਂ ਥੋੜਾ ਪੁਆਇੰਟ ਆਊਟ ਕਰ ਦਿੰਦਾ ਕਿ ਜੇ ਕਰਨੀ ਹੀ ਹੈਗੀ ਹੈ ਨਾ PCOD ਦੇ ਵਿੱਚ ਕੋਈ ਐਕਸਰਸਾਈਜ਼, ਤਾਂ ਵੇਟ ਟ੍ਰੇਨਿੰਗ ਹੋਣੀ ਚਾਹੀਦੀ ਹੈ, ਮਸਲ ਨੂੰ ਥੋੜਾ ਸਟਰੋਂਗ ਕਰਨ ਦੀ ਲੋੜ ਹੈ। ਇੱਥੇ ਤੁਹਾਡੇ ਦਿਮਾਗ 'ਚ ਆ ਸਕਦਾ ਕਿ ਟੈਸਟੋਸਟਰੋਨ ਤਾਂ ਪਹਿਲਾਂ ਹੀ ਵਧੀ ਜਾਂਦਾ, ਮਸਲ ਹੋਰ ਵਧਾਉਣ ਦੀ ਕੀ ਲੋੜ ਹੈਗੀ ਹੈ। ਇਸ ਤਰ੍ਹਾਂ ਨਹੀਂ ਹੁੰਦਾ ਬਾਇਓਲੋਜੀ ਦੇ ਵਿੱਚ। ਮਸਲ ਜਿਹੜੀ ਹੈਗੀ ਉਹ ਬੈਠੇ ਬਿਠਾਏ ਇਨਸੂਲਿਨ ਜਿਹੜਾ ਵਧਿਆ ਹੋਇਆ ਉਹਨੂੰ ਕੰਟਰੋਲ ਕਰ ਸਕਦੀ ਹੈਗੀ ਹੈ, ਠੀਕ ਹੈ। ਜਾਂ ਕਹਿ ਲਓ ਕਿ ਗਲੂਕੋਜ਼ ਨੂੰ ਯੂਜ਼ ਕਰ ਲੈਂਦੇ ਆ, ਇਨਸੂਲਿਨ ਫਿਰ ਵਧਣ ਦੀ ਲੋੜ ਨਹੀਂ ਪਊਗੀ। ਇਨਸੂਲਿਨ ਘਟੂਗਾ ਤਾਂ ਟੈਸਟੋਸਟਰੋਨ ਉਹਦਾ ਘਟੂਗਾ ਸਗੋਂ, ਤਾਂ PCOD ਕੰਟਰੋਲ ਹੋਏਗਾ। ਜੋ ਕਰਨੀ ਹੈ ਤਾਂ ਰੈਜ਼ਿਸਟੈਂਸ ਟ੍ਰੇਨਿੰਗ ਕਰਨੀ ਚਾਹੀਦੀ ਹੈ, ਯਾਨੀ ਕਿ ਵੇਟ ਟ੍ਰੇਨਿੰਗ ਥੋੜੀ ਬਹੁਤ। ਤੇ ਡਾਕਟਰ ਸਾਹਿਬ, ਮੈਂ ਇੱਥੇ ਇੱਕ ਐਗਜ਼ਾਮਪਲ ਦੇਣਾ ਚਾਹੁੰਦੀ ਆ ਆਪਣੇ ਆਡੀਅנס ਨੂੰ ਕਿ ਮੇਰੇ ਇੱਕ ਜੂਨੀਅਰ ਸੀ ਕਾਲਜ ਦੇ ਵਿੱਚ, ਉਹਨੇ ਮੇਰੇ ਨਾਲ ਗੱਲ ਸ਼ੇਅਰ ਕੀਤੀ ਕਿ ਮੈਨੂੰ ਦੀ PCOD ਡਿਟੈਕਟ ਹੋਇਆ, ਤੇ ਤੁਸੀਂ ਮੈਨੂੰ ਦੱਸੋ ਮੈਂ ਡਾਈਟ ਕਿਸ ਤਰ੍ਹਾਂ ਦੀ ਲਵਾਂ। ਮੈਂ ਪਹਿਲਾਂ ਉਹਦੀ ਹਿਸਟਰੀ ਲਈ ਕਿ ਤੁਸੀਂ ਪਹਿਲਾਂ ਕੀ ਖਾ ਰਹੇ ਹੋ। ਪਹਿਲੀ ਗੱਲ, ਉਹ ਵੈਜੀਟੇਰੀਅਨ ਸੀ। ਦੂਜੀ ਗੱਲ, ਉਹਦੇ ਸਾਰੇ ਡੇਅਰੀ ਪ੍ਰੋਡਕਟਸ ਬੰਦ ਕਰਾਤੇ। ਫਿਰ ਇਹਨਾਂ ਤੇ ਸੋਇਆਬੀਨ ਵੀ ਤੁਸੀਂ ਬੰਦ ਕਰ ਦਿਓ। ਮਤਲਬ ਉਹਦੀ ਡਾਈਟ ਦੇ ਵਿੱਚ ਖਾਣ ਦੇ ਲਈ ਕੁਝ ਹੈ ਹੀ ਨਹੀਂ ਸੀ। ਕਿਸਨੇ ਬੰਦ ਕਰਾਏ? ਇਹ ਡਾਕਟਰ ਨੇ ਬੰਦ ਕਰਾਏ ਸੀ, ਗਾਇਨੋਕੋਲੋਜਿਸਟ ਨੇ ਬੰਦ ਕਰਾਏ ਸੀ। ਮਤਲਬ ਮੈਂ ਖੁਦ ਇਸ ਗੱਲ ਤੋਂ ਹੈਰਾਨ ਹੁੰਦਾ ਕਿ ਆਪਾਂ ਇੰਨੀਆਂ ਡਿਗਰੀਆਂ ਲੈ ਕੇ, ਇੰਨਾ ਪੜ੍ਹ ਲਿਖ ਕੇ ਵੀ, ਜੇ ਅਸੀਂ ਜਿਹੜੀਆਂ ਸਾਡੀਆਂ ਕਿਤਾਬਾਂ ਦੇ ਵਿੱਚ ਜੋ ਰਿਸਰਚ ਹੋ ਰਹੀ ਹੈ, ਜੇ ਉਸਨੂੰ ਅਸੀਂ ਨਹੀਂ ਪੜ੍ਹ ਰਹੇ, ਹੈ ਨਾ, ਮਤਲਬ ਸੋਸ਼ਲ ਮੀਡੀਆ 'ਤੇ ਜੋ ਪ੍ਰਚਾਰਿਆ ਜਾ ਰਿਹਾ, ਤੁਸੀਂ ਉਹਨੂੰ ਦੇਖ ਕੇ ਆਪਦੇ ਪੇਸ਼ੈਂਟਸ ਨੂੰ ਰੈਕਮੈਂਡੇਸ਼ਨ ਦੇ ਰਹੇ ਹੈਗੇ, ਤਾਂ ਕਿੰਨੀ ਕਿਸੇ ਨਾਲ ਨਹੀਂ ਗੱਲ ਰਹੇ। ਸੋ ਮੇਰੀ ਸਾਰੇ ਡਾਕਟਰਸ ਨੂੰ ਵੀ ਰਿਕੁਐਸਟ ਹੈ, ਜੇ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਮਤਲਬ ਆਪਾਂ ਸਾਇੰਟੀਫਿਕ ਲਿਟਰੇਚਰ ਦੇ ਹਿਸਾਬ ਨਾਲ ਚੱਲੀਏ। ਜਿਸ ਚੀਜ਼ ਦਾ ਐਵੀਡੈਂਸ ਹੈਗਾ ਤਾਂ ਉਹਨੂੰ ਖੁਦ ਚੈੱਕ ਕਰੋ, ਤੁਸੀਂ ਉਹਨੂੰ ਚੈੱਕ ਕਰਕੇ ਫਿਰ ਹੀ ਆਪਣੀਆਂ ਰੈਕਮੈਂਡੇਸ਼ਨ ਦਿਓ। ਖਾਸ ਕਰਕੇ ਇੱਦਾਂ ਦੇ ਡਿਜ਼ੀਜ਼ ਜਿਨ੍ਹਾਂ ਦੇ ਬਾਰੇ ਪਹਿਲਾਂ ਹੀ ਬੜੀ ਜ਼ਿਆਦਾ ਕਨਫਿਊਜ਼ਨ ਚੱਲ ਰਹੀ ਹੈਗੀ ਆ ਹਾਂਜੀ ਸੋਸ਼ਲ ਮੀਡੀਆ ਦੇ ਉੱਪਰ। ਤਾਂ ਚਲੋ ਡਾਕਟਰ ਸਾਹਿਬ, ਕੁਝ ਦੇਰ ਪਹਿਲਾਂ ਤੁਸੀਂ ਸਾਰੀਆਂ ਡਾਈਟਸ ਜਿਹੜੀਆਂ ਮੈਂ ਤੁਹਾਨੂੰ ਪੁੱਛੀਆਂ ਸੀਗੀਆਂ ਉਹਨਾਂ ਨੂੰ ਨਕਾਰਿਆ ਸੀਗਾ, ਪਰ ਮੈਂ ਇੱਥੇ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਡੇ ਕੋਲ ਅਜਿਹੀ ਕਿਹੜੀ ਜਾਦੂਈ ਚੀਜ਼ ਹੈ ਜਿਹਦੇ ਨਾਲ PCOD ਦੀ ਸਮੱਸਿਆ ਨੂੰ ਰਿਵਰਸ ਕਰ ਦਿੰਦੇ ਤੁਸੀਂ? ਦੇਖੋ ਜੀ, ਮੈਂ ਮੰਨਦਾ ਵੀ ਮੇਰੇ ਕੋਲ ਕੋਈ ਜਾਦੂ ਦੀ ਪੂੜੀ ਨਹੀਂ ਹੈਗੀ ਵੀ ਜਿਹਦੇ ਨਾਲ ਇੱਕ ਝਟਕੇ ਦੇ ਵਿੱਚ ਸਾਰਾ ਕੁਝ ਠੀਕ ਹੋ ਜਾਏ, ਪਰ ਮੈਂ MBBS MD ਕੀਤੀ ਹੈਗੀ ਆ, ਠੀਕ ਹੈ। ਮੈਂ ਕਿਤਾਬ ਦਾ ਰਾਈਟਰ ਹੈਗਾ, ਤੇ ਨਿਊਟ੍ਰੀਸ਼ਨ ਸਾਇੰਸ ਬਾਰੇ ਮੈਂ ਪੜ੍ਹਿਆ ਹੋਇਆ, ਉਹਦੀ ਮੈਨੂੰ ਨੌਲੇਜ ਹੈਗੀ ਹੈ। ਤੇ ਉਸ ਦੇ ਵਿੱਚੋਂ ਜੇਕਰ ਮੈਂ ਡਾਈਟ ਬਾਰੇ ਟਿਪਸ ਇੱਥੇ ਸ਼ੇਅਰ ਕਰਦਾ ਹੈਗਾ, ਤਾਂ ਉਹਨਾਂ ਨੂੰ ਫੋਲੋ ਕਰਕੇ ਜਿੰਨੀਆਂ ਵੀ ਲੇਡੀਜ਼ ਇਸ ਪ੍ਰੋਗਰਾਮ ਨੂੰ ਦੇਖ ਰਹੀਆਂ, ਜਿਨ੍ਹਾਂ ਨੂੰ PCOD ਦੀ ਪ੍ਰੋਬਲਮ ਹੈਗੀ ਆ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੀਆਂ ਸਿਸਟਰਸ, ਬੇਟੀਆਂ,
ਤੇ ਜੇਕਰ ਉਹ ਇਹਨਾਂ ਨੂੰ ਫੋਲੋ ਕਰਦੇ ਆ ਤਾਂ ਬੜੇ ਆਰਾਮ ਦੇ ਨਾਲ ਉਹ ਇਸ PCOD ਵਰਗੀ ਸਮੱਸਿਆ ਨੂੰ ਰਿਵਰਸ ਕਰ ਸਕਦੀਆਂ ਹੈਗੀਆਂ। ਬਾਕੀ ਇੱਕ ਗੱਲ ਮੈਂ ਕਲੀਅਰ ਕਰ ਦਿੰਦਾ, ਜਦੋਂ ਆਪਾਂ ਡਾਈਟ ਦੀ ਗੱਲ ਕਰਦੇ ਨਾ ਤਾਂ ਦੇਖੋ ਦੁਨੀਆ 'ਤੇ ਕਿੰਨੇ ਸਾਰੇ ਲੋਕ ਹੈ, ਲੱਖਾਂ ਲੋਕ ਹੈ, ਹਜ਼ਾਰਾਂ ਲੋਕ ਹੈਗੇ ਆ, ਤਾਂ ਉਹਨਾਂ ਦੇ ਲਾਈਕ ਡਿਸਲਾਈਕ ਵੱਖਰੇ ਹੈਗੇ ਆ ਬਿਲਕੁਲ। ਸੋ ਉਹਨਾਂ ਦੀ ਡਾਈਟ ਜਿਹੜੀ ਉਹਨਾਂ ਨੂੰ ਪਸੰਦ ਆਊਗੀ ਨਾ ਉਹ ਇੰਡੀਵਿਜੂਅਲਾਈਜ਼ਡ ਕਰਨੀ ਪੈਂਦੀ ਹੈ, ਜੋ ਮੈਂ ਕੰਮ ਕਰਦਾ ਹੈਗਾ ਪ੍ਰੋਫੈਸ਼ਨਲੀ। ਬਟ ਇੱਥੇ ਮੈਂ ਟਿਪਸ ਇਹੀ ਦਊਂਗਾ ਤਾਂ ਕਿ ਜਨਰਲ ਆਡੀਅנס ਹੈਗੀ ਜਿਹੜੀ ਉਹਨੂੰ ਸਮਝ ਆ ਜਾਏ ਕਿ ਆਪਣੀ ਡਾਈਟ ਨੂੰ ਬੈਲੈਂਸ ਕਰਕੇ ਉਹ ਇਸ ਸਮੱਸਿਆ ਨੂੰ ਰਿਵਰਸ ਕਿੱਦਾਂ ਕਰ ਸਕਦੇ, ਆਪਣੀ ਹੈਲਥ ਨੂੰ ਬੈਟਰ ਕਿੱਦਾਂ ਕਰ ਸਕਦੇ ਹੈਗੇ ਆ। ਦੇਖੋ ਬੜਾ ਸਿੰਪਲ ਹੈ, ਇਹ ਤਾਂ ਸਮਝਣਾ ਪੈਣਾ ਕਿ ਅਸੀਂ ਐਕਸਟਰਾ ਕੈਲਰੀ ਵਾਲੀਆਂ ਚੀਜ਼ਾਂ ਜਿਹਨਾਂ 'ਚ ਊਰਜਾ ਬਹੁਤ ਜ਼ਿਆਦਾ, ਜਿਵੇਂ ਹੁਣ ਬਹੁਤ ਜ਼ਿਆਦਾ ਤੇਲ, ਬਹੁਤ ਜ਼ਿਆਦਾ ਮੱਖਣ ਹੈ ਨਾ, ਜਿੰਨਾ ਵੀ ਹੈ ਘਿਓ ਵਗੈਰਾ, ਇਹ ਸਾਨੂੰ ਘਟਾਉਣਾ ਪਊ। 2 ਤੋਂ 3 ਚਮਚੇ ਬਹੁਤ ਆ ਉਹਦੇ ਵਿੱਚ। ਜੇ ਤੁਸੀਂ ਹੁਣ ਰੋਜ਼ ਮਿੱਠਾ ਖਾ ਰਹੇ ਹੋ ਐਕਸਟਰਾ ਤਾਂ ਉਹ ਤੋਂ ਵੀ ਬਚਣਾ ਪਊਗਾ। ਤਾਂ ਆਮ ਤੌਰ 'ਤੇ ਸਾਡੇ ਪੰਜਾਬੀ ਕੀ ਖਾਂਦੇ ਹੈਗੇ ਹੈ ਨਾ, ਦਿਨ ਦੇ ਵਿੱਚ ਰੋਟੀ ਨਾਲ ਸਬਜ਼ੀ ਹੁੰਦੀ ਆ, ਕਦੇ ਕਦੇ ਦਹੀਂ ਹੁੰਦੀ ਹੈ, ਇੱਕ ਅੱਧੀ ਵਾਰ ਹਫ਼ਤੇ ਦਾਲ ਹੁੰਦੀ ਆ, ਹੈ ਨਾ, ਜਾਂ ਚਾਹ ਨਾਲ ਬਿਸਕੁਟ ਹੁੰਦੇ, ਠੀਕ ਹੈ। ਸੋ ਇਹ ਵੀ 3 ਮੀਲ ਜਿਹੜੇ ਤੁਸੀਂ ਖਾ ਰਹੇ ਹੋ ਉਹਨੂੰ ਕਿਸ ਤਰ੍ਹਾਂ ਬਣਾਉਣਾ ਚਾਹੀਦਾ। ਇੱਕ ਮੀਲ ਨੂੰ ਆਪਣੇ ਜਿਹੜਾ ਤੁਹਾਡਾ ਮੀਲ ਉਹਨੂੰ 3 ਹਿੱਸਿਆਂ ਦੇ ਵਿੱਚ ਡਿਵਾਈਡ ਕਰ ਲਓ, ਠੀਕ ਹੈ। ਇੱਕ ਜਿਹੜਾ ਹੈਗਾ ਹਿੱਸਾ ਉਹ 'ਚ ਕਾਰਬੋਹਾਈਡਰੇਟ ਦਾ ਸੋਰਸ ਰੱਖੋ, ਜਿਵੇਂ ਅਨਾਜ ਹੋ ਗਿਆ ਕੋਈ ਵੀ, ਜਾਂ ਆਲੂ ਜਾਂ ਫਲ, ਠੀਕ ਹੈ। ਉਹਦੇ ਵਿੱਚ ਹੋ ਸਕਦਾ ਵੀ 2 ਰੋਟੀਆਂ ਰੱਖ ਲਓ, ਥੋੜ੍ਹੇ ਜਿਹੇ ਚੌਲ ਰੱਖ ਸਕਦੇ ਹੋ, ਹੈ ਨਾ, ਇਹਨਾਂ 'ਚੋਂ ਇੱਕ ਚੀਜ਼। ਅਤੇ ਜਿਹੜਾ ਹੁਣ ਦੂਸਰਾ ਹਿੱਸਾ ਉਹਦੇ ਵਿੱਚ ਕੋਈ ਫਾਈਬਰ ਦਾ ਸੋਰਸ ਹੋਣਾ ਚਾਹੀਦਾ, ਜਿਵੇਂ ਕਿ ਸਲਾਦ ਹੋ ਸਕਦਾ ਜਾਂ ਸਬਜ਼ੀ ਹੋ ਸਕਦੀ ਹੈ, ਜਾਂ ਆਲੂ ਅਰਬੀ 'ਚ ਨਹੀਂ ਆਊਗਾ। ਤੀਸਰਾ ਹਿੱਸਾ ਜਿਹੜਾ ਇੰਪੋਰਟੈਂਟ ਹੈਗਾ ਉਹ 'ਚ ਪ੍ਰੋਟੀਨ ਦਾ ਕੋਈ ਸਰੋਤ ਹੋਣਾ ਚਾਹੀਦਾ, ਜਿਹੜਾ ਕਿ ਅਕਸਰ ਹੀ ਸਾਡੇ ਨਹੀਂ ਹੁੰਦਾ। ਸਾਡੇ ਰੋਟੀ ਸਬਜ਼ੀਆਂ ਖਾ ਰਹੇ ਹੋ ਵੀ ਆਲੂਆਂ ਦੀ, ਤਾਂ ਕਾਰਬ ਖਾ ਰਹੇ ਹੋ, ਉਹਦਾ ਕੋਈ ਫਾਇਦਾ ਨਹੀਂ ਹੈ, ਪ੍ਰੋਟੀਨ ਨਹੀਂ ਆ ਰਿਹਾ ਉਹਦੇ ਵਿੱਚ, ਠੀਕ ਹੈ। ਸੋ ਪ੍ਰੋਟੀਨ ਦਾ ਕੋਈ ਸਰੋਤ ਹੋਣਾ ਚਾਹੀਦਾ, ਚਾਹੇ ਉਹ ਦਾਲ ਰਾਜਮਾ ਛੋਲੇ ਹੋ ਸਕਦੇ ਆ, ਸੋਇਆਬੀਨ ਦੀਆਂ ਵੜੀਆਂ ਹੋ ਸਕਦੀਆਂ ਨੇ, ਠੀਕ ਹੈ। ਯਾਨੀ ਇੱਕ ਮੀਲ ਦਾਲ ਕਰ ਲਈ, ਇੱਕ ਮੀਲ ਸੋਇਆਬੀਨ ਕਰਨੀ, ਤੀਜੇ ਮੀਲ ਦੇ ਵਿੱਚ ਹੰਕੜ ਲੈ ਸਕਦੇ ਹਾਂ ਆਪਾਂ, ਠੀਕ। ਉਹਦੇ 'ਚ ਪ੍ਰੋਟੀਨ ਥੋੜ੍ਹਾ ਜ਼ਿਆਦਾ ਹੁੰਦਾ, ਮਤਲਬ ਕੁਛ ਨਹੀਂ ਹੈ। ਦਹੀਂ ਨੂੰ ਜਿਹੜਾ ਹੈਗਾ, ਪਹਿਲੀ ਗੱਲ ਤਾਂ ਮਲਾਈ ਤੋਂ ਬਿਨਾਂ ਜਿਹੜੀ ਹੈ ਦੁੱਧ ਤੋਂ ਜਮਾਓ ਉਹਨੂੰ, ਉਹ ਵੀ ਦਹੀਂ ਨੂੰ ਥੋੜ੍ਹਾ ਜਿਹਾ ਤੁਸੀਂ ਨਾ ਛਾਨਣੀ 'ਚ ਰੱਖ ਦਿਓ, ਸੌਖਾ, ਅੱਧੇ ਘੰਟੇ 'ਚ ਉਹ ਹਾਫ ਰਹਿ ਜਾਂਦੀ ਅਮਾਊਂਟ ਉਹਦੀ, ਤਾਂ ਉਹ ਦਹੀਂ ਦੇ ਵਿੱਚ ਪ੍ਰੋਟੀਨ ਜ਼ਿਆਦਾ ਹੁੰਦਾ ਹੈਗਾ। ਅਤੇ ਦਿਨ ਦੇ ਵਿੱਚ ਮੈਂ ਕਹੂੰਗਾ 2 ਪਲੇਟ ਸਲਾਦ ਖਾ ਲਓ, ਛੋਟੀਆਂ ਪਲੇਟ, ਅਤੇ ਘੱਟੋ ਘੱਟ 2.5 ਤੋਂ 3 ਲੀਟਰ ਪਾਣੀ। ਅਤੇ ਇਸ ਤੋਂ ਇਲਾਵਾ ਜੇ ਮੈਂ ਕਹਾਂ ਸਲੀਪ ਜਿਹੜੀ ਹੈਗੀ ਆ ਦਿਨ ਦੇ ਵਿੱਚ 24 ਘੰਟੇ 7 ਤੋਂ 8 ਘੰਟੇ ਜੇ ਹੁੰਦੀ ਹੈਗੀ ਆ, ਤਾਂ ਇਨਫ ਹੈ। ਅਤੇ ਐਕਸਰਸਾਈਜ਼ ਮੈਂ ਪਹਿਲਾਂ ਹੀ ਦੱਸਦਾ ਸੀ ਵੀ ਕਾਰਡੀਓ ਨਾਲੋਂ ਵੇਟ ਟ੍ਰੇਨਿੰਗ ਜ਼ਿਆਦਾ ਇੰਪੋਰਟੈਂਟ ਹੈ। ਉਹਦੇ ਨਾਲ ਉਹਦੀਆਂ ਮਸਲ ਸਟਰੋਂਗ ਹੁੰਦੀਆਂ, ਜਿਹੜੀਆਂ ਕਿ ਗਲੂਕੋਜ਼ ਨੂੰ ਬੈਠੇ ਬਿਠਾਏ ਯੂਜ਼ ਕਰ ਲੈਂਦੀਆਂ ਹੈਗੀਆਂ, ਅਤੇ ਇਨਸੂਲਿਨ ਜਿਹੜਾ ਹੈਗਾ ਉਹ ਵਧਣ ਦੀ ਲੋੜ ਨਹੀਂ ਪੈਂਦੀ, ਅਤੇ ਇਸ ਤਰ੍ਹਾਂ ਦੇ ਜਿਹੜੇ ਸਿੰਪਟਮਸ ਨੇ ਉਹ ਰਿਵਰਸ ਹੋ ਜਾਂਦੇ ਹੈਗੇ। ਓਕੇ, ਮਤਲਬ ਇਨਸੂਲਿਨ ਵੀ ਨਹੀਂ ਵਧੂਗਾ, ਤੇ ਇਨਸੂਲਿਨ ਜੇ ਨਹੀਂ ਵਧੂਗਾ ਟੈਸਟੋਸਟੇਰੋਨ ਨਹੀਂ ਵਧੂਗਾ, ਟੈਸਟੋਸਟੇਰੋਨ ਨਹੀਂ ਵਧੂਗਾ ਤਾਂ ਓਵਰੀਜ਼ ਦੇ ਵਿੱਚ ਸਿਸਟ ਨਹੀਂ ਬਣਨਗੀਆਂ। ਬਿਲਕੁਲ, ਸੋ ਪ੍ਰੋਬਲਮ ਠੀਕ ਹੋ ਜਾਏਗੀ, ਪ੍ਰੋਬਲਮ ਸੋਲਵ ਹੋ ਜਾਏਗੀ। ਸੋ ਬਿਲਕੁਲ ਇਸ ਤਰ੍ਹਾਂ ਦੀਆਂ ਜੇ ਟਿਪਸ ਨੂੰ ਜੇ ਫੋਲੋ ਕੀਤਾ ਜਾਂਦਾ ਤਾਂ PCOD ਵਰਗੀ ਸਮੱਸਿਆ ਨੂੰ ਬੜੇ ਆਰਾਮ ਨਾਲ ਜਿਹੜੀਆਂ ਮਾਵਾਂ ਭੈਣਾਂ ਸਾਡੀਆਂ ਬੈਠੀਆਂ ਨੇ ਉਹ ਮਾਤ ਪਾ ਸਕਦੀਆਂ ਨੇ। ਓਕੇ, ਤੇ ਡਾਕਟਰ ਸਾਹਿਬ ਜਿਹੜੇ ਲੋਕ ਇਹ ਕਹਿੰਦੇ ਆ ਕਿ ਤੁਸੀਂ ਪ੍ਰੋਟੀਨ ਦੇ ਬਾਰੇ ਕਿਉਂ ਇੰਨਾ ਫੋਕਸ ਕਰਦੇ ਹੋ ਕਿ ਆਪਾਂ ਡਾਈਟ ਦੇ ਵਿੱਚ ਹੋਰ ਬਹੁਤ ਚੀਜ਼ਾਂ ਹੁੰਦੀਆਂ ਨੇ, ਮਿਨਰਲਸ ਹੁੰਦੇ, ਵਿਟਾਮਿਨਸ ਹੁੰਦੇ ਆ, ਤੁਸੀਂ ਉਹਦੇ ਬਾਰੇ ਕਿਉਂ ਨਹੀਂ ਗੱਲ ਕਰਦੇ? ਸੋ ਇੰਡੀਆ ਦੇ ਵਿੱਚ ਜਿੰਨੇ ਵੀ ਸਰਵੇ ਹੋਏ ਨਾ ਰੀਸੈਂਟਲੀ, ਉਹ 'ਚ ਕਲੀਅਰ ਹੈਗਾ ਜਿੰਨੀ ਸਾਡੀ ਇੱਕ ਦਿਨ ਦੇ ਵਿੱਚ ਰਿਕੁਆਇਰਮੈਂਟ ਹੈਗੀ ਹੈ ਨਾ, ਅਸੀਂ ਉਸ ਤੋਂ ਅੱਧਾ ਵੀ ਨਹੀਂ ਖਾ ਰਹੇ। ਸੋ ਕਮੀ ਹੀ ਉਸ ਚੀਜ਼ ਦੀ ਹੈ, ਅਤੇ ਸਾਡੇ ਅੰਦਰ ਇਹੋ ਜਿਹਾ ਕੋਈ ਮਕੈਨਿਜ਼ਮ ਨਹੀਂ ਹੈਗਾ ਜਿਸ ਦੇ ਨਾਲ ਅਸੀਂ ਪ੍ਰੋਟੀਨ ਨੂੰ ਅੰਦਰ ਆਪਣੇ ਸਟੋਰ ਕਰ ਸਕੀਏ ਜਾਂ ਪ੍ਰੋਡਿਊਸ ਕਰ ਸਕੀਏ, ਠੀਕ ਹੈ। ਪਲਾਂਟਸ ਕਰ ਸਕਦੇ। ਹੁਣ ਆਪਾਂ ਗੱਲ ਕਰਦੇ ਸੀ ਦਾਲਾਂ ਦੀਆਂ, ਜਿਹੜੇ ਬੂਟੇ ਹੁੰਦੇ ਆ ਉਹਨਾਂ ਦੀ ਜੜ੍ਹਾਂ ਦੇ ਵਿੱਚ ਗੰਢਾਂ ਹੁੰਦੀਆਂ, ਰੈਜ਼ੋਬੀਅਮ ਬੈਕਟੀਰੀਆ, ਹਵਾ ਦੇ ਵਿੱਚੋਂ ਨਾਈਟ੍ਰੋਜਨ ਨੂੰ ਟਰੈਪ ਕਰਕੇ ਉਹ ਅਮੀਨੋ ਐਸਿਡ ਬਣਾਉਂਦਾ, ਪ੍ਰੋਟੀਨ ਬਣਾਉਂਦਾ, ਉਹ ਇਹਨਾਂ ਦਾਲਾਂ 'ਚ ਪ੍ਰੋਟੀਨ ਹੁੰਦਾ। ਸੋ ਹਿਊਮਸ ਇੱਦਾਂ ਦਾ ਕੋਈ ਸਿਸਟਮ ਨਹੀਂ ਹੈ, ਅਤੇ ਇੰਡੀਅਨਸ 'ਚ ਜ਼ਿਆਦਾ ਪ੍ਰੋਬਲਮ ਹੈ, ਅਸੀਂ ਪ੍ਰੋਟੀਨ ਬਹੁਤ ਘੱਟ ਖਾਂਦੇ ਹਾਂ। ਤਾਂ ਇਸ ਕਰਕੇ ਮੈਂ ਪ੍ਰੋਟੀਨ ਦੀ ਗੱਲ ਕਰਦਾ, ਐਡੂਕੇਟ ਪ੍ਰੋਟੀਨ ਖਾਣ ਦੀ, ਨਾ ਕਿ ਲੋੜ ਨਾਲੋਂ ਜ਼ਿਆਦਾ ਪ੍ਰੋਟੀਨ ਖਾਣ ਦੀ। ਇਸ ਡਿਫਰੈਂਸ ਨੂੰ ਸਮਝਣਾ ਵੀ ਜ਼ਰੂਰੀ ਹੈ। ਓਕੇ, ਤਾਂ ਡਾਕਟਰ ਸਾਹਿਬ ਮੈਨੂੰ ਇਹ ਲੱਗ ਰਿਹਾ ਕਿ ਅੱਜ ਦਾ ਐਪੀਸੋਡ ਇੰਟਰਨੈਸ਼ਨਲ ਡੇ ਆਫ ਐਕਸ਼ਨ ਫॉर ਵੂਮਨਸ ਹੈਲਥ ਦੇ ਨਾਲ ਪੂਰਾ ਇਨਸਾਫ ਕਰਦਾ ਹੈ, ਤੇ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦੀ ਹਾਂ ਕਿ YouTube ਦੇ ਉੱਤੇ ਮੈਡੀਕਲ ਸਾਇੰਸ ਨੂੰ ਇੰਨੇ ਸੌਖੇ ਸ਼ਬਦਾਂ ਦੇ ਵਿੱਚ ਡਾਕਟਰ ਨਵਦੀਪ ਤੋਂ ਬਿਨਾਂ ਹੋਰ ਕੋਈ ਨਹੀਂ ਸਮਝਾ ਰਿਹਾ। ਤੇ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਆਪਣੀ ਜਾਣ ਪਛਾਣ ਦੇ ਵਿੱਚ ਜਿੰਨੀਆਂ ਵੀ ਫੀਮੇਲਸ ਨੇ ਉਹਨਾਂ ਦੇ ਨਾਲ ਸਾਡੀ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ, ਤੇ ਹੈਲਥ ਐਂਡ ਫਿਟਨੈਸ ਦੇ ਰਿਲੇਟਡ ਹੋਰ ਬਹੁਤ ਸਾਰੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਇਸ ਚੈਨਲ ਸਲਿਮ ਐਂਡ ਸਟਰੋਂਗ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮਚ।